ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ग्राम बकाले की बिखै होई जबे प्रभात। तीर मल को सिवर पिख परयो छूछ गारात। वाहिगुरु जी का खालसा वाहिगुरु जी की फतेह। जुगो जुग अटल चवर छतर तखत दे मालक। हाजरा हजूर जाहरा जहूर सर्व कला भरपूर। दसां पातशाहियां दे आत्मक स्वरूप। धन धन श्री गुरु ग्रंथ साहिब महाराज जियां दी पावन पवित्र गोद अंदर सुभाईमान सतसंगी जनों। वडभागी हो जो निता प्रति तेग बहादुर सिमरिया। घर नौ निध आवै धाए सब थाई होए सहाय। ऐसे दीन दयाल पातशाह नौवें गुरुदेव श्री गुरु तेग बहादुर साहब महाराज जियां दे पावन पवित्र अस्थान गुरुद्वारा श्री दुख निवारण साहिब विखे हाजरियां भर के अपने जन्म नूं सवासां नूं सफलियां मनाउंदे हो। गुरु के हजूरी कीर्तनियां पासों आप जी ने बड़ी भावना दे नाल गुरु की बाणी नूं श्रवण कर रहे सी। सतगुरां दी महान बख्शिश किरपा जिन्हां जीवां ते वरतदी है ਉਹਨਾਂ ਨੂੰ ਹੀ ਸੁਭਾਗ ਸਮਾਂ ਸਤ ਸੰਗਤ ਦੇ ਵਿੱਚ ਸਮਾਂ ਜਿਹੜਾ ਹੈ ਸਵਾਸ ਜਿਹੜੇ ਨੇ ਉਹਨਾਂ ਦੇ ਹੀ ਲੱਗਦੇ ਨੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਜਿਨ੍ਹਾਂ ਦੇ ਪੂਰਬਲੇ ਕਰਮ ਜਾਗਦੇ ਹੋਣ। ਤੇ ਜਦੋਂ ਸਤਿਗੁਰਾਂ ਦੀ ਪਾਵਨ ਗੋਦ ਅੰਦਰ ਆਉਣਾ ਹੈ ਆਪਾਂ ਆਖਦੇ ਹਾਂ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਜਦੋਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਉਣਾ ਹੈ ਉਦੋਂ ਭਾਵਨਾ ਦੇ ਨਾਲ ਜਦੋਂ ਨਕਮਸਤਕ ਹੋਣਾ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਦੋਂ ਭੇਟਾ ਅਰਪਣ ਕਰਨੀ ਹੈ ਉਦੋਂ ਆਪਣੇ ਮਨ ਹੀ ਮਨ ਅੰਦਰ ਸਤਿਗੁਰਾਂ ਨੂੰ ਫਤਿਹ ਬੁਲਾਉਣੀ। ਜਿਵੇਂ ਗੁਰੂ ਕੇ ਸਿੱਖ ਜਦੋਂ ਸਤਿਗੁਰੂ ਜੀ ਹਾਜ਼ਰ ਸਨ ਆਪ ਸਰੂਪ ਦੇ ਵਿੱਚ ਸਰੀਰ ਕਰਕੇ ਹਾਜ਼ਰ ਸਨ ਉਦੋਂ ਸਤਿਗੁਰੂ ਕਲਗੀਧਰ ਪਿਤਾ ਵੱਲੋਂ ਵੀ ਹੁਕਮ ਹੈ ਸਾਨੂੰ ਕਿ ਫਤਿਹ ਬੁਲਾਉਣੀ ਹੈ ਗੁਰੂ ਕਾ ਸਿੱਖ ਜਦੋਂ ਮਿਲੇ। ਤੇ ਜਦੋਂ ਸਤਿਗੁਰਾਂ ਦੇ ਕੋਲ ਆਉਣਾ ਹੈ ਜਦੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਕਮਸਤਕ ਹੋਣਾ ਤੇ ਆਪਣੇ ਮਨ ਅੰਦਰ ਸਤਿਗੁਰਾਂ ਨੂੰ ਫਤਿਹ ਬੁਲਾਉਣੀ ਹੈ। ਇਹ ਹਰ ਇੱਕ ਗੁਰਸਿੱਖ ਦਾ ਫਰਜ਼ ਬਣਦਾ। ਜਿਵੇਂ ਆਪਾਂ ਸਾਨੂੰ ਪੰਜ ਪਿਆਰਿਆਂ ਦਾ ਵੀ ਹੁਕਮ ਹੈ ਨਾ ਜਦੋਂ ਸਿੱਖ ਨੇ ਸਿੱਖ ਨੂੰ ਮਿਲਣਾ ਹੈ ਫਤਿਹ ਬੁਲਾਉਣੀ ਹੈ। ਤੇ ਜਦੋਂ ਗੁਰੂ ਕੀ ਹਜ਼ੂਰੀ ਵਿੱਚ ਆਉਣਾ ਉਦੋਂ ਸਤਿਗੁਰਾਂ ਦੇ ਦਰਸ਼ਨ ਕਰਕੇ ਸਤਿਗੁਰਾਂ ਨੂੰ ਫਤਿਹ ਬੁਲਾਉਣੀ ਹਰ ਇੱਕ ਗੁਰਸਿੱਖ ਦਾ ਫਰਜ਼ ਹੈ। ਤੇ ਜਦੋਂ ਐਸੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਕੋਲ ਆਵਾਂਗੇ ਤੇ ਸਤਿਗੁਰੂ ਸਾਡੀਆਂ ਸਾਰੀਆਂ ਭਾਵਨਾਵਾਂ ਪੂਰੀਆਂ ਕਰਨ ਦੇ ਯੋਗ ਹਨ। ਜਦੋਂ ਭਰੋਸਾ ਹੋਵੇ ਸਤਿਗੁਰਾਂ ਤੇ ਜਿਵੇਂ ਛੋਟੇ ਜਿਹੇ ਬੱਚੇ ਨੂੰ ਆਪਣੇ ਮਾਤਾ ਪਿਤਾ ਤੇ ਭਰੋਸਾ ਹੁੰਦਾ ਹੈ ਵੀ ਜਿਹੜੀ ਚੀਜ਼ ਇਹਨਾਂ ਤੋਂ ਮੰਗਾਂਗਾ ਮੈਨੂੰ ਦੇਣਗੇ। ਇਸੇ ਤਰ੍ਹਾਂ ਜਦੋਂ ਭਰੋਸਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਤੇ ਵੱਜ ਗਿਆ ਨਾ ਵੀ ਜਿਹੜੀ ਚੀਜ਼ ਮੈਂ ਸਤਿਗੁਰਾਂ ਤੋਂ ਮੰਗਾਂਗਾ ਸਤਿਗੁਰੂ ਜੀ ਦੇਣਗੇ। ਦੇਰ ਅੰਧੇਰ ਜ਼ਰੂਰ ਹੋ ਸਕਦਾ ਕੁਝ ਸਮਾਂ ਸਤਿਗੁਰੂ ਸਾਨੂੰ ਪਰਖ ਜ਼ਰੂਰ ਸਕਦੇ ਨੇ ਪਰ ਸਾਡੀ ਕੀਤੀ ਹੋਈ ਅਰਦਾਸ ਬਿਰਥੀ ਨਹੀਂ ਜਾਂਦੀ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਸਤਿਗੁਰੂ ਜੀ ਵੀ ਪਰਖਦੇ ਨੇ ਵੀ ਸਿੱਖ ਦੇ ਮਨ ਦੇ ਵਿੱਚ ਕਿੰਨਾ ਕੁ ਭਰੋਸਾ ਹੈ। ਜਦੋਂ ਉਸ ਕਸਵੱਟੀ ਦੇ ਵਿੱਚੋਂ ਸਿੱਖ ਖਰਾ ਉਤਰ ਜਾਂਦਾ ਹੈ ਤੇ ਫਿਰ ਸਤਿਗੁਰੂ ਜੀ ਇਸ ਲੋਕ ਦੀਆਂ ਛੱਡੋ ਪਰਲੋਕ ਦੇ ਵੀ ਸੁੱਖ ਪ੍ਰਦਾਨ ਕਰ ਦਿੰਦੇ ਨੇ। ਆਪ ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦਾ ਪਾਵਨ ਜਸ
ਨਿਤਾ ਪ੍ਰਤ ਸ਼ਰਵਣ ਕਰਦੇ ਹੋ। ਕੱਲ ਦੇ ਪ੍ਰਸੰਗ ਅੰਦਰ ਆਪ ਜੀਆਂ ਨੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਜਾ ਸ਼ਰਵਣ ਕੀਤਾ ਹੈ ਕਿ ਧੀਰਮਲ ਜਿੰਨੀਆਂ ਵੀ ਵਸਤੂਆਂ ਇਹਦੇ ਡੇਰੇ ਵਿੱਚ ਆਈਆਂ ਨੇ ਆਪਣੇ ਮਸੰਦ ਦੇ ਨਾਲ ਵੀ ਇਹ ਧੀਰਮਲ ਵਚਨ ਕਰ ਰਿਹਾ ਹੈ ਕਿ ਤੈਨੂੰ ਬੜਾ ਰੋਕਿਆ ਸੀ ਕਿ ਇਹ ਜਿਹੜਾ ਖੋਟਾ ਕਰਮ ਹੈ ਆਪਾਂ ਨਾ ਕਰੀਏ। ਮਨ ਦੇ ਵਿੱਚ ਬੜਾ ਸ਼ਰਮਿੰਦਾ ਹੁੰਦਾ ਹੈ ਤੇ ਨਾਲ ਆਪਣੇ ਮਸੰਦਾਂ ਨੂੰ ਆਖਦਾ ਹੈ ਕਿ ਜਿੰਨੀਆਂ ਵੀ ਵਸਤੂਆਂ ਨੇ ਨਾ ਡੇਰੇ ਦੇ ਵਿੱਚ, ਇਹ ਸਾਰੀਆਂ ਵਸਤੂਆਂ ਜਿਹੜੀਆਂ ਇਕੱਠੀਆਂ ਕਰ ਲਈਆਂ ਇਸ ਨੇ ਮਸੰਦਾਂ ਨੂੰ ਕਹਿ ਕਰਕੇ, ਅਤੇ ਨਮੋਸ਼ੀ ਦਾ ਮਾਰਾ ਰਾਤੋਂ ਰਾਤ ਜਿਹੜਾ ਸੀ ਡੇਰਾ ਖਾਲੀ ਕਰਕੇ ਚਲਾ ਗਿਆ। ਇਹ ਪਾਵਨ ਪ੍ਰਸੰਗ ਆਪ ਜੀਆਂ ਨੇ ਕੱਲ ਦੇ ਪ੍ਰਸੰਗ ਅੰਦਰ ਸ਼ਰਵਣ ਕੀਤਾ ਹੈ। ਅੱਜ ਦੇ ਪਾਵਨ ਪ੍ਰਸੰਗ ਦੇ ਨਾਲ ਜੁੜਨ ਵਾਸਤੇ, ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਇਕਾਗਰ ਕਰਨ ਵਾਸਤੇ, ਹਿਰਦਿਆਂ ਦੇ ਵਿੱਚ ਧਿਆਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦਾ ਵਸਾਉਣ ਵਾਸਤੇ, ਰਸਨਾ ਦੀ ਕਲਿਆਣਤਾ ਵਾਸਤੇ ਸਾਰੇ ਆਖਣਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗ੍ਰਾਮ ਬਕਾਲੀ ਕੀ ਬਿਖੈ ਹੋਈ ਜਬੇ ਪ੍ਰਭਾਤ। ਹੁਣ ਬਕਾਲਾ ਸਾਹਿਬ ਨਗਰ ਦੇ ਅੰਦਰ ਜਦੋਂ ਰਾਤ ਜਿਹੜੀ ਉਹ ਬਤੀਤ ਹੋਈ ਤੇ ਦਿਨ ਚੜ੍ਹਦਾ ਹੈ। ਧੀਰ ਮਲ ਕੋ ਸਿਵਰ ਪਿਖ ਪਰਿਓ ਛੂਚ ਗਾਰਾਤ। ਤੇ ਹੁਣ ਧੀਰਮਲ ਦਾ ਜਿਹੜਾ ਡੇਰਾ ਸੀ ਉਸ ਡੇਰੇ ਨੂੰ ਖਾਲੀ ਵੇਖ ਕਰਕੇ ਗੁਰੂ ਕੀਆਂ ਸੰਗਤਾਂ ਨੇ ਵੇਖਿਆ ਕਿ ਜਿਸ ਅਸਥਾਨ ਤੇ ਜਿਸ ਡੇਰੇ ਦੇ ਵਿੱਚ ਧੀਰਮਲ ਨੇ ਆਪਣਾ ਡੇਰਾ ਕੀਤਾ ਸੀ ਉਹ ਡੇਰਾ ਖਾਲੀ ਜਾਪਦਾ ਹੈ। ਚੌਪਈ ਸਭ ਹਿਨ ਪੇਖਿਓ ਉਠ ਸੋ ਗਇਓ। ਹੁਣ ਸਾਰੇ ਨਗਰ ਦੇ ਜਿਹੜੇ ਰਹਿਣ ਵਾਲੇ ਨਿਵਾਸੀ ਨੇ ਨਾ, ਗੁਰੂ ਕੀਆਂ ਸੰਗਤਾਂ ਜਿਹੜੀਆਂ ਸਤਿਗੁਰਾਂ ਦੇ ਦਰਸ਼ਨ ਕਰਨ ਆਈਆਂ ਨੇ, ਉਹਨਾਂ ਨੇ ਵੇਖਿਆ ਕਿ ਧੀਰਮਲ ਇਸ ਡੇਰੇ ਨੂੰ ਖਾਲੀ ਕਰਕੇ ਆਪਣੇ ਨਗਰ ਨੂੰ ਚਲਾ ਗਿਆ ਹੈ। ਨਹਿ ਰਹਿ ਸਕਿਓ ਖੋਟ ਜਿਨ ਕਿਓ। ਕਿਉਂਕਿ ਉਸ ਪਾਪੀ ਨੇ ਕਰਮ ਹੀ ਐਸਾ ਕੀਤਾ ਸੀ, ਖੋਟਾ ਕਰਮ ਕੀਤਾ ਸੀ। ਉਹ ਬਾਬਾ ਬਕਾਲਾ ਸਾਹਿਬ ਨਗਰ ਦੇ ਵਿੱਚ ਰਹਿ ਕਿਵੇਂ ਸਕਦਾ ਸੀ। ਨਿਜ ਪ੍ਰਾਨਨ ਮੈਂ ਸੰਸੇ ਜਾਨਾ। ਕਿਉਂਕਿ ਐਸਾ ਖੋਟਾ ਕਰਮ ਕੀਤਾ ਸੀ, ਉਹਨੂੰ ਆਪਣੇ ਪ੍ਰਾਣਾਂ ਦਾ ਵੀ ਡਰ ਲੱਗਦਾ ਸੀ। ਪਤਾ ਨਹੀਂ ਕਦੋਂ ਗੁਰੂ ਕੀਆਂ ਸੰਗਤਾਂ ਆ ਕੇ ਮੇਰਾ ਘਾਤ ਕਰ ਦੇਣ। ਕਿਉਂਕਿ ਗੁਰੂ ਕੀਆਂ ਪਿਆਰੀਆਂ ਸੰਗਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਨਾਲ ਇੰਨਾ ਸਨੇਹ ਕਰਦੀਆਂ ਨੇ, ਆਪਣੇ ਪ੍ਰਾਣਾਂ ਤੋਂ ਵੀ ਪਿਆਰਾ ਜਾਣਦੀਆਂ ਨੇ ਸਤਿਗੁਰਾਂ ਨੂੰ। ਤੇ ਹੁਣ ਜਦੋਂ ਇਸ ਪਾਪੀ ਨੇ ਸਤਿਗੁਰਾਂ ਦੇ ਨਾਲ ਐਸਾ ਖੋਟਾ ਕਰਮ ਕੀਤਾ ਹੈ ਤੇ ਇਹ ਮਨ ਦੇ ਵਿੱਚ ਡਰਦਾ ਹੈ ਕਿਤੇ ਗੁਰੂ ਕੀਆਂ ਸੰਗਤਾਂ ਆ ਕੇ ਮੇਰੇ ਤੇ ਧਾਵਾ ਹੀ ਨਾ ਬੋਲ ਦੇਣ। ਜਿਸਨੇ ਕਰੂਰ ਕਰਮ ਇਤ ਠਾਨਾ। ਕਿਉਂਕਿ ਕਰੂਰ ਕਰਮ ਐਡਾ ਖੋਟਾ ਤੇ ਮਾੜਾ ਕਰਮ ਕੀਤਾ ਸੀ। ਕੈਸੀ ਚਰਨ ਟਿਕੈ ਤਿਸ ਕੀਰੇ। ਤੇ ਫਿਰ ਇਸ ਧੀਰਮਲ ਦੇ ਇਹਦੇ ਮਸੰਦ ਸ਼ੀਏ ਦੇ ਇਸ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਚਰਨ ਕਿਵੇਂ ਟਿਕ ਸਕਦੇ ਸਨ। ਬਾਡੇ ਅਪਰਾਧ ਕੀਨ ਸਭ ਹੇਰੇ। ਤੇ ਹੁਣ ਸਾਰੇ ਨਗਰ ਨੂੰ ਪਤਾ ਹੈ, ਸਾਰੀਆਂ ਸੰਗਤਾਂ ਨੂੰ ਪਤਾ ਲੱਗ ਗਿਆ ਕਿ ਇਸ ਪਾਪੀ ਨੇ ਬੜਾ ਖੋਟਾ ਕਰਮ ਕੀਤਾ ਹੈ। ਤਰਸਤ ਕਰਤ ਪਾਸਨ ਸੇ ਪ੍ਰਾਨ। ਤੇ ਹੁਣ ਡਰਦਾ ਮਾਰਾ ਇਹਦੇ ਮਨ ਦੇ ਵਿੱਚ ਸੰਸਾ ਹੈ ਕਿਤੇ ਜਿਹੜੇ ਮੇਰੇ ਸਰੀਰ ਦੇ ਵਿੱਚ ਪ੍ਰਾਣ ਚੱਲਦੇ ਨੇ ਉਹਨਾਂ ਦਾ ਵੀ ਘਾਤ ਨਾ ਹੋ ਜਾਵੇ। ਸਮ ਕਾਇਰ ਕੇ ਧੀਰ ਤਰਾਨਾ। ਹੁਣ ਕਾਇਰਾਂ ਦੀ ਤਰ੍ਹਾਂ, ਗੀਦੀਆਂ ਦੀ ਤਰ੍ਹਾਂ ਇਹ ਬਾਬਾ ਬਕਾਲਾ ਸਾਹਿਬ ਜਿਹੜਾ ਨਗਰ ਸੀ ਨਾ, ਉਸ ਨੂੰ ਇਹ ਛੱਡ ਕੇ ਚਲਾ ਗਿਆ। ਇਸ ਪ੍ਰਕਾਰ ਤੈ ਮੱਖਣ ਸ਼ਾਹ। ਇਸ ਤਰ੍ਹਾਂ ਭਾਈ ਮੱਖਣ ਸ਼ਾਹ ਜੀ ਰਿਓ ਗੁਰੂ ਟਿਗ ਪ੍ਰੇਮ ਉਮਾਹ। ਜਿਹੜਾ ਬੜਾ
ਪ੍ਰੇਮ ਕਰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੇ ਨਾਲ, ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਹੈ। ਦਰਸ਼ਨ ਦਰਸੇ ਪਰਸੈ ਚਰਨ। ਤੇ ਜਿਹੜਾ ਭਾਈ ਮੱਖਣ ਸ਼ਾਹ ਹੈ ਉਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਦਰਸ਼ਨ ਕਰਦਾ ਹੈ ਤੇ ਨਾਲ ਸਤਿਗੁਰਾਂ ਦੇ ਚਰਨ ਪਰਸਦਾ ਹੈ। ਹਰਿਓ ਚਾਹੇ ਦੁਖ ਜਨਮ ਅਰ ਮਰਨ। ਹੁਣ ਮੱਖਣ ਸ਼ਾਹ ਦੇ ਮਨ ਦੇ ਵਿੱਚ ਚਾਹਤ ਹੈ ਕਿ ਮੈਂ ਸਤਿਗੁਰਾਂ ਦੇ ਦਰਸ਼ਨ ਕਰਕੇ ਆਪਣਾ ਜਨਮ ਅਤੇ ਮਰਨ ਦਾ ਜਿਹੜਾ ਸਭ ਤੋਂ ਵੱਡਾ ਦੁੱਖ ਹੈ ਨਾ, ਇਸ ਦੁੱਖ ਤੋਂ ਮੇਰਾ ਛੁਟਕਾਰਾ ਹੋ ਜਾਵੇ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ। ਸਤਿਗੁਰਾਂ ਦੇ ਦਰਸ਼ਨ ਕਰਕੇ ਜਦੋਂ ਭਾਵਨਾ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਕਰਨੇ ਆ ਨਾ, ਸਭ ਤੋਂ ਵੱਡਾ ਦੁੱਖ ਹੀ ਜਨਮ ਮਰਨ ਦਾ ਹੈ। ਸਾਨੂੰ ਤੇ ਕੋਈ ਛੋਟਾ ਜਿਹਾ ਦੁੱਖ ਲੱਗ ਜਾਏ ਤੇ ਅਸੀਂ ਸਤਿਗੁਰਾਂ ਨੂੰ ਉਲਾਮੇ ਦੇਣ ਲੱਗ ਜਾਂਦੇ ਆ। ਕੋਈ ਛੋਟੀ ਜਿਹੀ ਬਿਮਾਰੀ ਆਣ ਚਮੜੇ ਨਾ, ਇਹ ਤੇ ਸਾਡੇ ਸਰੀਰ ਦੀਆਂ ਜਿਹੜੀਆਂ ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ, ਇਹ ਤੇ ਸਾਡੇ ਕੀਤੇ ਕਰਮਾਂ ਦੇ ਨੇ ਸਾਨੂੰ ਜਿਹੜੇ ਦੁੱਖ ਵਿਆਪਦੇ ਨੇ। ਉਦੋਂ ਦੁੱਖ ਦੇ ਵਿੱਚ ਵੀ ਸਤਿਗੁਰਾਂ ਦਾ ਸ਼ੁਕਰਾਨਾ ਕਰਨਾ ਚਾਹੀਦਾ, ਜਾਂ ਫਿਰ ਭਾਈ ਮੱਖਣ ਸ਼ਾਹ ਦੀ ਤਰ੍ਹਾਂ ਜਿਹੜਾ ਸਭ ਤੋਂ ਵੱਡਾ ਦੁੱਖ ਹੈ, ਇਹਨਾਂ ਸਾਰੇ ਦੁੱਖਾਂ ਦਾ ਮੂਲ ਹੈ ਜਨਮ ਅਤੇ ਮਰਨ, ਉਹ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸਤਿਗੁਰੂ ਜੇ ਤਰੁੱਠੇ ਹੋ ਸਾਡੇ ਤੇ, ਸਾਡਾ ਜਨਮ ਮਰਨ ਮੇਟ ਦਿਓ। ਤੇ ਉਹੀ ਅਰਦਾਸ ਅੱਜ ਭਾਈ ਮੱਖਣ ਸ਼ਾਹ ਸਤਿਗੁਰਾਂ ਦੇ ਦਰਸ਼ਨ ਕਰਦਾ ਤੇ ਨਾਲ ਇਸ ਰਸਨਾ ਦੇ ਨਾਲ ਇਹ ਅਰਦਾਸ ਕਰਦਾ, ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮੇਰਾ ਜਨਮ ਮਰਨ ਕੱਟ ਦੇਵੋ। ਨਿਤ ਪ੍ਰਤਿ ਸ਼ਰਧਾ ਅਧਿਕ ਬਦਾਵੇ। ਹੁਣ ਜਦੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰਹਿੰਦਾ, ਸਤਿਗੁਰਾਂ ਦੇ ਦਰਸ਼ਨ ਕਰਦਾ ਏ ਨਾ, ਇਹਦੇ ਮਨ ਦੀ ਜਿਹੜੀ ਸ਼ਰਧਾ ਹੈ ਨਾ, ਉਹ ਨਿਤਾ ਪ੍ਰਤੀ ਸਤਿਗੁਰਾਂ ਦੇ ਪ੍ਰਤੀ ਵੱਧਦੀ ਜਾਂਦੀ ਹੈ। ਸ਼੍ਰੀ ਮੁਖ ਬਾਕ ਸੁਨੇ ਸੁਖ ਪਾਵੇ। ਤੇ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸੁੰਦਰ ਮੁਖਾਰ ਬਿੰਦ ਤੋਂ ਇਹ ਬਚਨ ਸੁਣਦਾ ਏ ਨਾ, ਇਹਦਾ ਹਿਰਦਾ ਜਿਹੜਾ ਸੁੱਖਾਂ ਦੇ ਨਾਲ ਭਰ ਜਾਂਦਾ ਹੈ। ਸ਼੍ਰੀ ਗੁਰ ਭਗਤ ਗਿਆਨ ਉਪਦੇਸ਼ੇ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਐਸੇ ਗਿਆਨ ਦਾ ਉਪਦੇਸ਼ ਦਿੰਦੇ ਨੇ ਜਿਹੜਾ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਕਟਤ ਕਲੇਸ਼ ਅਸ਼ੇਸ਼ ਹਮੇਸ਼ੇ। ਐਸਾ ਗਿਆਨ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ, ਉਹਦੇ ਨਾਲ ਜਨਮਾਂ ਜਨਮਾਂ ਦੇ ਜਿਹੜੇ ਕਲ ਕਲੇਸ਼ ਨੇ ਉਹ ਕੱਟੇ ਜਾਂਦੇ ਹਨ। ਇੱਕ ਦਿਨ ਮੱਖਣ ਸ਼ਾਹ ਬਖਾਨਾ। ਹੁਣ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮੱਖਣ ਸ਼ਾਹ ਹਾਜ਼ਰ ਹੈ। ਇੱਕ ਦਿਨ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ ਕਹਿਣ ਲੱਗਾ, ਸ਼੍ਰੀ ਗੁਰਦੇਵ ਆਨੰਦ ਨਿਦਾਨਾ। ਹੇ ਆਨੰਦ ਦੇ ਖਜ਼ਾਨੇ ਸਤਿਗੁਰੂ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਗੁਰ ਅਰਜਨ ਜੀ ਰਚਿਓ ਸੁਦਾਸਰ। ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਜੀ ਨੇ ਜੋ ਸ਼੍ਰੀ ਅੰਮ੍ਰਿਤਸਰ ਨਗਰ ਜਿਹੜਾ ਵਸਾਇਆ ਹੈ, ਤਿਨ ਕੇ ਪਿਤ ਉਪਦੇਸ਼ਿਓ ਜੋ ਕਰ। ਵੀ ਜਿਹੜਾ ਉਹਨਾਂ ਦੇ ਪਿਤਾ ਗੁਰੂਦੇਵ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਬਚਨ ਕਰਕੇ ਜਿਹੜਾ ਸੁੰਦਰ ਸੁਧਾਸਰ ਅੰਮ੍ਰਿਤ ਸਰੋਵਰ ਜਿਹੜਾ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਤੋਂ ਜਿਹਦਾ ਨਿਰਮਾਣ ਕਰਵਾਇਆ ਹੈ, ਤਹਾਂ ਜਾਨ ਕੀ ਹੈ ਮਮ ਚਾਹੂ। ਹੁਣ ਭਾਈ ਮੱਖਣ ਸ਼ਾਹ ਬੇਨਤੀਆਂ ਕਰਦਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ, ਸਤਿਗੁਰੂ ਮੇਰੇ ਮਨ ਦੇ ਵਿੱਚ ਬੜਾ ਚਾਅ ਹੈ ਕਿ ਮੈਂ ਜਿਹੜਾ ਨਗਰ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਵਸਾਇਆ ਹੈ ਨਾ, ਉਸ ਪਾਵਨ ਸਰੋਵਰ ਦੇ ਵਿੱਚ ਜਾ ਕੇ ਦਰਸ਼ਨ ਕਰਾਂ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਾਂ। ਮੱਜਨ ਕਰੋ ਕਲੁਖ ਗਨ ਦਾਹੂ। ਤੇ ਉਸ ਸੁੰਦਰ ਸਰੋਵਰ ਦੇ ਵਿੱਚ ਅੰਮ੍ਰਿਤ ਤਾਲ ਦੇ ਵਿੱਚ ਇਸ਼ਨਾਨ ਕਰਕੇ
ਜਿਹੜੇ ਜਨਮਾਂ ਜਨਮਾਂ ਦੇ ਦੁੱਖ ਨੇ ਉਹਨਾਂ ਦੁੱਖਾਂ ਦੀ ਨਿਵਰਤੀ ਕਰਨੀ ਚਾਹੁੰਦਾ ਹਾਂ। ਭਲੋ ਪਰਬ ਅਬ ਪਹੁੰਚਿਓ ਆਨ। ਤੇ ਨਾਲ ਬੇਨਤੀ ਕਰਕੇ ਕਹਿਣ ਲੱਗਾ ਪਾਤਸ਼ਾਹ ਜੀ ਹੁਣ ਪੁਰਬ ਵੀ ਆ ਰਿਹਾ ਹੈ ਅਗਲੇ ਦਿਨਾਂ ਦੇ ਵਿੱਚ। ਭਇਓ ਵਿਸਾਖੀ ਕੋ ਇਸ਼ਨਾਨ। ਤੇ ਨਾਲ ਜਿਹੜਾ ਵਿਸਾਖੀ ਦਾ ਪੁਰਬ ਆ ਰਿਹਾ ਹੈ ਉਸ ਵਿਸਾਖੀ ਦੇ ਪੁਰਬ ਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਜਿੱਥੇ ਦਰਸ਼ਨ ਹੋਣਗੇ ਉੱਥੇ ਨਾਲ ਉਸ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਾਂਗੇ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੂੰ ਕਹਿਣ ਲੱਗੇ ਕਿ ਇਹ ਜਿਹੜਾ ਸੁੰਦਰ ਤਾਲ ਹੈ ਨਾ ਇਹ ਸਾਡਾ ਸਰੀਰ ਹੈ। ਇਸ ਸੁੰਦਰ ਸਰੋਵਰ ਹੈ ਨਾ ਜਿਹੜਾ ਤਾਲ, ਇਸ ਸਰੋਵਰ ਦਾ ਇੰਨਾ ਸਤਿਕਾਰ ਕਰਨਾ ਹੈ ਜਿਵੇਂ ਸਾਡਾ ਸਤਿਕਾਰ ਕਰਦੇ ਹੋ। ਅੱਜ ਵੇਖਣ ਵਿੱਚ ਆਉਂਦਾ ਬੜੇ ਉਂਗਲਾਂ ਚੁੱਕਦੇ ਨੇ ਸਾਡੇ ਪਾਵਨ ਸਰੋਵਰਾਂ ਤੇ। ਹੈ ਤੇ ਆਪਾਂ ਸਾਰੇ ਗੁਰਸਿੱਖ, ਉਹ ਜਿਹੜੇ ਬਾਤਾਂ ਬਣਾਉਣ ਵਾਲੇ ਨੇ ਉਹ ਵੀ ਗੁਰਸਿੱਖ ਨੇ। ਅੱਜ ਸਾਡੇ ਹਾਲਾਤ ਤਾਂ ਹੀ ਇਹ ਬਣ ਚੁੱਕੇ ਨੇ ਨਾ, ਜਿਹੜੇ ਅਸੀਂ ਸਿੱਖ ਹੋ ਕਰਕੇ ਆਪਣੇ ਪਾਵਨ ਸਰੋਵਰਾਂ ਤੇ ਉਂਗਲਾਂ ਚੁੱਕਦੇ ਆ। ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਕੀ ਹੋਵੇਗਾ? ਹੁੰਦਾ ਕੀ ਨਹੀਂ ਇਹਨਾਂ ਸਰੋਵਰਾਂ ਦੇ ਵਿੱਚ ਇਸ਼ਨਾਨ ਕਰਕੇ? ਕੋਈ ਭਾਵਨਾ ਦੇ ਨਾਲ ਕਰਕੇ ਤੇ ਵੇਖੋ ਇਸ਼ਨਾਨ ਵੀ ਉਹ ਕਿਹੜਾ ਕਾਰਜ ਹੈ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾ ਕਰਕੇ ਇਸ ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਉੱਥੇ ਬਾਣੀ ਦੇ ਲੜ ਲੱਗ ਕਰਕੇ ਬਾਣੀ ਨੂੰ ਸ਼ਰਵਣ ਕਰਕੇ ਕਿਹੜਾ ਕਾਰਜ ਆ ਜਿਹੜਾ ਨਹੀਂ ਸੰਪੰਨ ਹੁੰਦਾ। ਅੱਜ ਹਰ ਇੱਕ ਗੁਰਸਿੱਖ ਦੇ ਮਨ ਦੇ ਵਿੱਚ ਭਾਵਨਾ ਹੈ, ਭਾਵੇਂ ਉਹ ਵਿਦੇਸ਼ਾਂ ਵਿੱਚ ਰਹਿੰਦੇ ਨੇ, ਜਦੋਂ ਇਸ ਧਰਤੀ ਤੇ ਆਉਂਦੇ ਨੇ ਨਾ ਉਹਨਾਂ ਦੇ ਮਨ ਵਿੱਚ ਇਹ ਹੁੰਦਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜ਼ਰੂਰ ਜਾਣਾ ਹੈ। ਡਿੱਠੇ ਸਭੇ ਥਾਮ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਿਦਾਤੇ ਤਾਂ ਤੂੰ ਸੋਹਿਆ। ਇਹ ਐਸਾ ਪਾਵਨ ਸਰੋਵਰ ਹੈ। ਇਸ ਲਈ ਹੈ ਤੇ ਆਪਾਂ ਸਾਰੀਆਂ ਜਿੰਨੀਆਂ ਸੰਪਰਦਾਵਾਂ ਸਨ, ਜਿੰਨੀਆਂ ਵੀ ਸਿੱਖ ਧਰਮ ਦੀਆਂ ਸੰਪਰਦਾਵਾਂ ਨੇ, ਉਹ ਸਾਰੀਆਂ ਹੈ ਤੇ ਬਗੀਚਾ ਸੀ ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ। ਜਿਵੇਂ ਬਗੀਚੇ ਦੇ ਵਿੱਚ ਵੱਖੋ ਵੱਖ ਫੁੱਲ ਹੁੰਦੇ ਨੇ ਨਾ ਕਈ ਕਿਸਮਾਂ ਦੇ, ਉਸੇ ਤਰ੍ਹਾਂ ਇਹ ਸਾਰੀਆਂ ਸੰਪਰਦਾਵਾਂ ਉਸ ਬਗੀਚੇ ਦੀ ਤਰ੍ਹਾਂ ਸਨ। ਆਉਂਦੀ ਤੇ ਸਾਰੇ ਫੁੱਲਾਂ ਵਿੱਚੋਂ ਸੁਗੰਧੀ ਹੈ, ਪਰ ਇਹ ਜਿਹੜੀ ਸੁਗੰਧੀ ਹੋਰ ਹੀ ਤਰ੍ਹਾਂ ਦੀ ਆਉਣ ਲੱਗ ਗਈ। ਅਸੀਂ ਆਪਸ ਦੇ ਵਿੱਚ ਹੀ ਕਟਾਸ ਕਰਨ ਲੱਗ ਗਏ। ਸਾਨੂੰ ਭਾਵਨਾ ਬਣਾਉਣੀ ਪਏਗੀ ਸਤਿਗੁਰਾਂ ਤੇ। ਵੇਖੋ ਮੱਖਣ ਸ਼ਾਹ ਕੈਸੀ ਭਾਵਨਾ ਇਸ ਮੱਖਣ ਸ਼ਾਹ ਦੀ ਕਿ ਮੈਂ ਜਾ ਕਰਕੇ ਉਸ ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਜਿਹੜੇ ਜਨਮਾਂ ਜਨਮਾਂ ਦੇ ਪਾਪ ਨੇ ਉਹਨਾਂ ਦੀ ਨਿਵਰਤੀ ਮੇਰੀ ਹੋ ਜਾਵੇਗੀ। ਦਰਸ਼ਨ ਦਰਸੋਂ ਸ਼੍ਰੀ ਗੁਰ ਧਾਮ। ਵੀ ਪਾਤਸ਼ਾਹ ਜੀ ਮੈਂ ਉਸ ਗੁਰ ਧਾਮ ਦੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਾਂਗਾ। ਕਹੀ ਪ੍ਰਸ਼ੰਸਾ ਜਿਸ ਅਬਿਰਾਮ। ਐਸੀ ਪ੍ਰਸ਼ੰਸਾ ਕਰ ਰਿਹਾ ਹੈ ਰਾਵਰ ਕੀ ਮੈਂ ਆਇਸ ਪਾਏ। ਇਸ ਲਈ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਮੈਂ ਆਪ ਜੀ ਤੋਂ ਆਗਿਆ ਲੈਣੀ ਚਾਹੁੰਦਾ ਹਾਂ। ਪੁੰਨ ਆਵੋ ਸੁੰਦਰ ਦਰਸਾਏ। ਤੇ ਆਪ ਕਿਰਪਾ ਕਰੋ ਫਿਰ ਇਸ ਪਾਵਨ ਸੁੰਦਰ ਅਸਥਾਨ ਦੇ ਦਰਸ਼ਨ ਕਰਕੇ। ਸ਼੍ਰੀ ਗੁਰ ਕਹਿਓ ਦੂਰ ਕਛ ਨਾਈ। ਤੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਕੇ ਕਹਿਣ ਲੱਗਾ ਕਿ ਉਸ ਤੋਂ ਬਾਅਦ ਮੈਂ ਆਪਣੇ ਨਗਰ ਨੂੰ ਜਾਵਾਂਗਾ। ਤੇ ਅੱਗੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਸ ਦੀਆਂ ਬੇਨਤੀਆਂ ਸੁਣ ਕੇ ਕਹਿਣ ਲੱਗੇ ਭਾਈ ਮੱਖਣ ਸ਼ਾਹ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਧਾਮ ਹੈ ਇੱਥੋਂ ਕੁਝ ਹੀ ਦੂਰੀ ਤੇ ਹੈ। ਜਿਸ ਦਰਸ਼ਨ ਤੇ ਸਭ ਸੁਖ ਪਾਈ। ਹੁਣ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਜਿਸ ਉਸ ਗੁਰੂ ਧਾਮ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਹਮ ਪੀ ਗਮਨੇ ਚਲ ਦਰਸੇ। ਤੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਭਾਈ ਮੱਖਣ ਸ਼ਾਹ ਨੂੰ ਕਹਿਣ ਲੱਗੇ ਭਾਈ ਮੱਖਣ ਸ਼ਾਹ ਜੀ ਚਲੋ ਤੁਸੀਂ ਵੀ ਦਰਸ਼ਨ ਕਰਨ ਜਾਣੇ ਨੇ ਤੇ ਅਸੀਂ ਵੀ ਤੁਹਾਡੇ ਨਾਲ ਚੱਲਾਂਗੇ।
ਉਸ ਪਾਵਨ ਅਸਥਾਨ ਦੇ ਦਰਸ਼ਨ ਕਰਨ ਵਾਸਤੇ ਕਰੇ ਇਸ਼ਨਾਨ ਥਾਨ ਸਿਰ ਨਏ ਹੈ। ਤੇ ਉੱਥੇ ਜਾ ਕੇ ਜਿੱਥੇ ਸਤਿਗੁਰਾਂ ਦੇ ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕਰਾਂਗੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣਾ ਸਿਰ ਨਵਾ ਕੇ ਸਤਿਗੁਰਾਂ ਨੂੰ ਨਮਸਕਾਰ ਕਰਾਂਗੇ। ਚਲੇ ਬੇਗ ਇਕੱਠੇ ਮਗ ਸੋਏ। ਤੇ ਇਕੱਠੇ ਜਾਵਾਂਗੇ। ਜਦੋਂ ਜਾਵਾਂਗੇ ਭਾਈ ਮੱਖਣ ਸ਼ਾਹ ਤੁਹਾਡੇ ਨਾਲ ਆਪਾਂ ਇਕੱਠੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਵਾਂਗੇ। ਮਿਲੇ ਆਏ ਪੁਨ ਹਰਖਤ ਹੋਏ। ਤੇ ਹੁਣ ਬੜਾ ਖੁਸ਼ ਹੈ ਮਨ ਦੇ ਵਿੱਚ ਮੱਖਣ ਸ਼ਾਹ। ਸਤਿਗੁਰ ਕਰੇ ਭਾਵਨਾ ਪੂਰੀ। ਤੇ ਸਤਿਗੁਰੂ ਜੀ ਕਹਿਣ ਲੱਗੇ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਾਂਗੇ, ਉਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਆਪ ਜੀ ਦੀ ਭਾਵਨਾ ਪੂਰੀ ਕਰਨਗੇ। ਉਜਲ ਸੁਮਤ ਹੋਏ ਬਿਦਰੂਰੀ। ਜਿਹੜੀ ਇਹ ਉਜਲ ਮਤ ਹੈ, ਜਿਹੜੀ ਬੜੀ ਸੁੰਦਰ ਹੈ, ਇਹ ਉਜਲ ਮਤ ਹੋ ਜਾਵੇਗੀ। ਇਸ ਪ੍ਰਕਾਰ ਸਤਿਗੁਰ ਫੁਰਮਾਏ। ਇਸ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਪਣੇ ਸੁੰਦਰ ਮੁਖਾਰ ਬਿੰਦ ਤੋਂ ਬਚਨ ਕਰਕੇ ਕਹਿਣ ਲੱਗੇ, ਤਿਆਰੀ ਕਰੋ ਸੋ ਦੀਨ ਰਜ਼ਾਏ। ਪਾਤਸ਼ਾਹ ਜੀ ਕਹਿਣ ਲੱਗੇ ਕਿ ਭਾਈ ਮੱਖਣ ਸ਼ਾਹ ਜੀ ਤੁਸੀਂ ਤਿਆਰੀ ਕਰੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣ ਵਾਸਤੇ। ਸੁਨ ਮੱਖਣ ਹਰਖਿਓ ਇਸ ਪਾਏ। ਤੇ ਹੁਣ ਜਦੋਂ ਪਾਤਸ਼ਾਹ ਜੀ ਨੇ ਭਾਈ ਮੱਖਣ ਸ਼ਾਹ ਦੀ ਬੇਨਤੀ ਪ੍ਰਵਾਨ ਕਰ ਲਈ ਨਾ, ਤੇ ਭਾਈ ਮੱਖਣ ਸ਼ਾਹ ਬੜਾ ਹਿਰਦੇ ਦੇ ਵਿੱਚ ਪ੍ਰਸੰਨ ਹੋਇਆ। ਕਾਰਨ ਇੱਕ ਦ્વੈ ਕਾਰਜ ਪਾਏ। ਇਹ ਕਹਿਣ ਲੱਗਾ ਇੱਕ ਪੰਥ ਤੇ ਦੋ ਕਾਜ, ਨਾਲੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਹੋ ਜਾਣਗੇ, ਤੇ ਸਭ ਤੋਂ ਵੱਡਾ ਕਰਮ ਇਹ ਹੈ ਕਿ ਨਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਾਣ ਲੱਗੇ ਨੇ, ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਹੋਣੇ ਨੇ, ਤੇ ਨਾਲ ਜਦੋਂ ਜਾਣਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਵੀ ਦਰਸ਼ਨ ਹੋਣਗੇ। ਆਪਣੇ ਭਾਗ ਤਨ ਮਨ ਜਾਣੇ। ਹੁਣ ਭਾਈ ਮੱਖਣ ਸ਼ਾਹ ਆਪਣੇ ਵੱਡੇ ਭਾਗ ਜਾਣਦਾ ਹੈ। ਦਇਆ ਗੁਰੂ ਕੀ ਮਾਨ ਮਹਾਨੇ। ਇਹ ਮਨ ਦੇ ਵਿੱਚ ਸੋਚਦਾ ਸਤਿਗੁਰੂ ਜੀ ਨੇ ਬੜੀ ਵੱਡੀ ਦਇਆ ਮੇਰੇ ਤੇ ਮਾਇਆ ਕੀਤੀ ਹੈ। ਜਬ ਲੋ ਦਰਸ਼ਨ ਹੋਵਤ ਰਹੇ। ਵੀ ਜਿੰਨੀ ਦੇਰ ਰਸਤੇ ਦੇ ਵਿੱਚ ਮੱਗ ਦੇ ਵਿੱਚ ਜਾਵਾਂਗਾ ਤੇ ਰਸਤੇ ਵਿੱਚ ਸਤਿਗੁਰਾਂ ਦੇ ਦਰਸ਼ਨ ਕਰਦਾ ਜਾਵਾਂਗਾ। ਤਬ ਲੋ ਲਾਭ ਅਧਿਕ ਮੁਝ ਆਹੇ। ਹੁਣ ਜਦੋਂ ਰਸਤੇ ਦੇ ਵਿੱਚ ਸਤਿਗੁਰਾਂ ਦੇ ਦਰਸ਼ਨ ਹੋਣਗੇ ਤੇ ਮੈਨੂੰ ਬੜਾ ਵੱਡਾ ਲਾਭ ਹੋਵੇਗਾ, ਕਿਉਂਕਿ ਸਤਿਗੁਰਾਂ ਦੇ ਨਾਲ ਗੁਰੂ ਕੀ ਸੰਗਤ, ਜਦੋਂ ਅੱਜ ਆਪਾਂ ਘਰ ਦੇ ਵਿੱਚ ਕੋਈ ਕਾਰਜ ਕਰਨੇ ਆ, ਜਦੋਂ ਸਤਿਗੁਰਾਂ ਦਾ ਪਾਵਨ ਸਰੂਪ ਗੁਰੂ ਘਰ ਦੇ ਵਿੱਚ ਵਿਰਾਜਮਾਨ ਕਰਨਾ ਹੁੰਦਾ ਹੈ ਨਾ, ਉਦੋਂ ਅਸੀਂ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਵਾਸਤੇ ਵੀ ਅਸੀਂ ਘਰ ਰਹਿ ਜਾਈਏ। ਜਿਹੜੇ ਘਰ ਦੇ ਮੇਨ ਜੀ ਹੁੰਦੇ ਨੇ ਉਹ ਕਹਿੰਦੇ ਰਿਸ਼ਤੇਦਾਰਾਂ ਨੂੰ ਸੰਭਾਲ ਲਈਏ। ਉਹ ਅਗਲੇ ਜਿਹੜੇ ਘਰ ਆਏ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਤੁਸੀਂ ਮਹਾਰਾਜ ਦਾ ਸਰੂਪ ਵਿਰਾਜਮਾਨ ਕਰਾਓ। ਫਰਜ਼ ਤੇ ਸਾਡਾ ਆਪਣਾ ਬਣਦਾ ਹੈ ਨਾ ਸਤਿਗੁਰਾਂ ਦੇ ਨਾਲ ਜਾਈਏ। ਤੇ ਸਤਿਗੁਰੂ ਜੀ ਦਾਤਾਂ ਦੇ ਖਜ਼ਾਨੇ ਨੇ। ਪਤਾ ਨਹੀਂ ਕਿਹੜੀ ਅਰਦਾਸ ਸਾਡੀ ਜਦੋਂ ਆਪਣੇ ਘਰ ਤੋਂ ਲੈ ਕੇ ਸਤਿਗੁਰਾਂ ਨੂੰ ਪਾਵਨ ਹਰਿਮੰਦਰਾਂ ਤੱਕ ਬਿਰਾਜਮਾਨ ਕਰਨ ਆਉਣਾ ਏ, ਰਸਤੇ ਵਿੱਚ ਸਾਡੀ ਕਿਹੜੀ ਭਾਵਨਾ ਪੂਰੀ ਕਰ ਦੇਣ ਗੁਰੂ ਸਾਹਿਬ। ਇਸ ਲਈ ਜਦੋਂ ਕੋਈ ਸਬੱਬ ਬਣਦਾ ਹੈ ਨਾ ਘਰ ਵਿੱਚ ਅਖੰਡ ਪਾਠ ਸਾਹਿਬ ਸਹਿਜ ਪਾਠ ਕਰਾਉਣ ਦਾ, ਉਦੋਂ ਸਤਿਗੁਰਾਂ ਦੇ ਪਾਵਨ ਸਰੂਪ ਆਪ ਲਿਜਾਓ ਤੇ ਆਪ ਬਿਰਾਜਮਾਨ ਕਰਕੇ ਜਾਓ। ਇਹ ਨਾ ਕਹੋ ਕਿ ਜਿਹੜੇ ਰਿਸ਼ਤੇਦਾਰ ਆਏ ਨੇ ਉਹਨਾਂ ਨੂੰ ਸੰਭਾਲ ਲਈਏ। ਆਪ ਸਾਨੂੰ ਸੇਵਾ ਕਰਨੀ ਚਾਹੀਦੀ ਹੈ। ਇਹ ਜਿਹੜੀ ਕਥਾ ਹੈ ਨਾ, ਜਿਹੜਾ ਇਤਿਹਾਸ ਸਾਨੂੰ ਭਾਈ ਸੰਤੋਖ ਸਿੰਘ ਜੀਆਂ ਨੇ ਬਖਸ਼ਿਸ਼ ਕੀਤਾ ਹੈ, ਇਸ ਤੋਂ ਕੁਝ ਸਿੱਖੀਏ। ਜੇ ਸਿੱਖ ਕੇ ਜਾਵਾਂਗੇ ਤਾਂ ਹੀ ਕੋਈ ਸਾਡਾ ਭਲਾ ਹੋਵੇਗਾ ਨਾ। ਹੁਣ ਭਾਈ ਮੱਖਣ ਸ਼ਾਹ ਜੀ ਕਹਿਣ ਲੱਗੇ ਵੀ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣਾ ਏ, ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਦਰਸ਼ਨ ਹੋਣਗੇ ਰਸਤੇ ਵਿੱਚ, ਤੇ ਮੇਰੇ ਹੋਰ ਵੱਡੇ ਭਾਗ ਹੋ ਜਾਣਗੇ। ਭਇਓ ਸੋ ਤਿਆਰ ਕੂਚ ਕੀ ਡੇਰਾ। ਹੁਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੂਚ ਕਰਨ ਵਾਸਤੇ
ਜਿਹੜਾ ਸੀ ਭਾਈ ਮੱਖਣ ਸ਼ਾਹ ਨੇ ਸਾਰੀਆਂ ਤਿਆਰੀਆਂ ਕਰ ਲਈਆਂ। ਗੁਰ ਘਰ ਕੋ ਆਇਓ ਤਿਸ ਬੇਰਾ। ਹੁਣ ਆ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕਰਕੇ ਕਹਿਣ ਲੱਗਾ, ਪਦ ਅਰਬਿੰਦ ਬੰਦਨਾ ਕੀਨਸ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਇਹ ਝੁਕ ਕੇ ਇਹਨੇ ਆਪਣਾ ਸੀਸ ਨਵਾਇਆ, ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ। ਦਰਸ਼ਨ ਦਰਸ ਪ੍ਰੇਮ ਰਸ ਪੀਨਸ। ਸਤਿਗੁਰਾਂ ਦੇ ਦਰਸ਼ਨ ਕਰਕੇ ਇਹਦਾ ਜਿਹੜਾ ਹਿਰਦਾ ਸੀ ਪ੍ਰੇਮਾ ਰੂਪੀ ਦੇ ਵਿੱਚ ਭਰ ਗਿਆ, ਭਿੱਜ ਗਿਆ। ਰਾਵਰ ਕਰੋ ਅਰੂੜਨ ਜਿਸ ਪਰ। ਹੁਣ ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਨੂੰ, ਭਾਈ ਮੱਖਣ ਸ਼ਾਹ ਜੀ, ਕਿ ਸਤਿਗੁਰੂ ਜੀ ਆਪ ਜੀ ਕੈਸੀ ਸਵਾਰੀ ਤੇ ਜਾਣਾ ਚਾਹੁੰਦੇ ਹੋ, ਵੀ ਆਪ ਜੀ ਵਾਸਤੇ ਕੈਸੀ ਸਵਾਰੀ ਤਿਆਰ ਕਰੀਏ ਜਿਹਦੇ ਤੇ ਸਵਾਰ ਹੋ ਕੇ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣਾ ਚਾਹੁੰਦੇ ਹੋ। ਸੋ ਅਨਵਾਵੋ ਤੁਮ ਰਜਾਈ ਕਰ। ਜਿਵੇਂ ਆਪ ਜੀ ਦੀ ਰਜਾ ਹੈ ਮੈਂ ਉਹੀ ਸਵਾਰੀ ਤਿਆਰ ਕਰਾ ਲਵਾਂਗਾ। ਚੜੋ ਉਚਾਵੋ ਜਾਏ ਕਹਾਰ। ਤੇ ਜੇ ਆਪ ਜੀ ਚਾਹੁੰਦੇ ਹੋ ਕਿ ਮੈਂ ਪਾਲਕੀ ਸਾਹਿਬ ਤਿਆਰ ਕਰਾਂ ਤੇ ਕਹਾਰਾਂ ਨੂੰ ਹੁਕਮ ਕਰਾਂ ਕਿ ਉਹ ਪਾਲਕੀ ਸਾਹਿਬ ਤਿਆਰ ਕਰ ਲੈਣ। ਨਾ ਤੁਰ ਤੁਰੰਗਮ ਬਲੀ ਉਦਾਰ। ਜੇ ਆਪ ਜੀ ਚਾਹੁੰਦੇ ਹੋ ਮੇਰੇ ਕੋਲ ਬਹੁਤ ਸੁੰਦਰ ਤੇ ਬੜੀ ਚੰਚਲ ਘੋੜੇ ਹਨ, ਕੈ ਬੜਵਾ ਕੀ ਲਿਓ ਅਸਵਾਰੀ। ਜੇ ਆਪ ਜੀ ਚਾਹੁੰਦੇ ਹੋ ਮੇਰੇ ਕੋਲ ਬਹੁਤ ਸੁੰਦਰ ਘੋੜੀ ਹੈ, ਗਮਨੋ ਪੰਥ ਜਿਸ ਰੀਤ ਸੁਖਾਰੀ। ਜਿਸ ਰੀਤ ਦੇ ਜਿਸ ਵਿਧੀ ਦੇ ਅਨੁਸਾਰ ਆਪ ਸੁੱਖਾਂ ਦੇ ਨਾਲ ਸੁਖਾਲੇ ਜੇ ਤਰੀਕੇ ਨਾਲ ਜਾ ਸਕੋ ਨਾ, ਜਿਹੜੇ ਵੀ ਅਸਵਾਰ ਤੇ ਉਹ ਕਰਕੇ ਜੋ ਚਾਹੁੰਦੇ ਹੋ ਆਪ ਜੀ ਦੀ ਜੋ ਭਾਵਨਾ ਹੈ। ਜੇ ਪਾਲਕੀ ਸਾਹਿਬ ਤੇ ਜਾਣਾ ਹੈ ਉਹ ਤਿਆਰ ਕਰਵਾ ਲੈਨੇ ਆ, ਜੇ ਘੋੜੇ ਤੇ ਜਾਣਾ ਹੈ, ਜੇ ਬਹੁਤ ਸੁੰਦਰ ਘੋੜੀ ਹੈ ਮੇਰੇ ਕੋਲ, ਜੇ ਇਸ ਘੋੜੀ ਤੇ ਸਵਾਰ ਹੋ ਕੇ ਜਾਣਾ ਹੈ, ਸਤਿਗੁਰੂ ਆਪ ਹੁਕਮ ਕਰਨਾ ਕਰੋ। ਰਾਵਰ ਕੀ ਰਜਾਏ ਹੋਏ ਜੈਸੇ। ਜਿਵੇਂ ਆਪ ਜੀ ਦੀ ਰਜਾ ਹੈ ਪਾਤਸ਼ਾਹ ਮੈਨੂੰ ਹੁਕਮ ਕਰਨਾ ਕਰੋ। ਤੁਮ ਹਿਤ ਕਰ ਹੈ ਤਿਆਰੀ ਤੈਸੇ। ਫਿਰ ਅਸੀਂ ਉਸ ਤਰ੍ਹਾਂ ਦੀ ਆਪ ਜੀ ਵਾਸਤੇ ਤਿਆਰੀ ਕਰ ਲੈਨੇ ਹਾਂ। ਸੁਨ ਕਰ ਸ੍ਰੀ ਗੁਰ ਤੇਗ ਬਹਾਦਰ। ਹੁਣ ਭਾਈ ਮੱਖਣ ਸ਼ਾਹ ਦੀਆਂ ਬੇਨਤੀਆਂ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਜੋ ਬਾਹਨ ਹੋਵੇ ਅਬਹਾਦਰ। ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਮੱਖਣ ਸ਼ਾਹ ਜਿਹੜਾ ਵੀ ਵਾਹਨ ਤਿਆਰ ਹੈ, ਜੋ ਵੀ ਹਾਜ਼ਰ ਹੈ ਨਾ ਹੁਣ ਉਹਦੇ ਤੇ ਸਵਾਰ ਹੋ ਕੇ ਚੱਲ ਜਾਾਂਗੇ, ਕੋਈ ਮਨ ਦੇ ਵਿੱਚ ਇੱਛਾ ਨਹੀਂ। ਉਹ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਤੇ ਮਹਾਰਾਜ ਸਾਰੀ ਲੁਕਾਈ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲੇ ਨੇ, ਪਰ ਉਹਨਾਂ ਦੇ ਮਨ ਦੇ ਵਿੱਚ ਕੋਈ ਇੱਛਾ ਨਹੀਂ। ਭਾਈ ਮੱਖਣ ਸ਼ਾਹ ਨੂੰ ਕਹਿਣ ਲੱਗੇ ਸਤਿਗੁਰੂ ਵੀ ਭਾਈ ਮੱਖਣ ਸ਼ਾਹ ਜੋ ਵੀ ਅਸਵਾਰੀ ਹਾਜ਼ਰ ਹੈ ਨਾ ਇਸ ਸਮੇਂ, ਉਸ ਅਸਵਾਰੀ ਤੇ ਅਸੀਂ ਸਵਾਰ ਹੋ ਕੇ ਜਾਣ ਨੂੰ ਤਿਆਰ ਹਾਂ। ਤਿਸ ਪਰ ਚਲੇ ਵਿਚਾਰ ਨ ਕਾਈ। ਭਾਈ ਮੱਖਣ ਸ਼ਾਹ ਮਨ ਦੇ ਵਿੱਚ ਕੋਈ ਵਿਚਾਰ ਨਾ ਕਰ, ਜੋ ਹਾਜ਼ਰ ਹੈ ਨਾ ਉਸ ਤੇ ਹੀ ਸਵਾਰ ਹੋ ਕੇ ਦਰਸ਼ਨ ਕਰਨ ਜਾਵਾਂਗੇ। ਤਬ ਮੱਖਣ ਬੜਵਾ ਮੰਗਵਾਈ। ਹੁਣ ਭਾਈ ਮੱਖਣ ਸ਼ਾਹ ਨੇ ਕੀ ਕੀਤਾ, ਆਪਣੇ ਡੇਰੇ ਦੇ ਵਿੱਚੋਂ ਇੱਕ ਬਹੁਤ ਸੁੰਦਰ ਚੰਚਲ ਤੇ ਬਲੀ ਘੋੜੀ ਮੰਗਵਾਈ ਹੈ। ਸੁੰਦਰ ਜ਼ੀਨ ਜਰਾਉ ਪਾਏ। ਜਿਹਦੇ ਉੱਤੇ ਬੜੀ ਸੁੰਦਰ ਜਿਹੜੀ ਜੀਨ ਹੈ, ਕਾਠੀ ਹੈ, ਜਿਹਦੇ ਵਿੱਚ ਹੀਰੇ ਮੋਤੀ ਜੜੇ ਹਨ। ਸਰਬ ਸਾਜ ਜਿਸ ਉਚਿਤ ਸੁਹਾਏ। ਜਿਹੜੀ ਸਾਰੇ ਪਾਸੋਂ ਉਚਿਤ ਹੈ, ਜਿਹੜੀ ਸਤਿਗੁਰਾਂ ਦੇ ਅਸਵਾਰ ਵਾਸਤੇ ਘੋੜੀ ਮੰਗਾਈ, ਉਹਦੇ ਉੱਤੇ ਜਿਹੜੀ ਕਾਠੀ ਪਾਈ, ਉਹਦੀ ਸ਼ੋਭਾ ਜਿਹੜੀ ਹੈ ਬਹੁਤ ਸੁੰਦਰ ਹੈ। ਵਰਣ ਸਵੇਤ ਤਨ ਰਜਤ ਸਮਾਨ। ਤੇ ਉਹਦਾ ਹੁਣ ਘੋੜੀ ਦਾ ਰੰਗ ਕਿਹੜਾ? ਉਹ ਚਿੱਟੇ ਰੰਗ ਦੀ ਘੋੜੀ ਹੈ। ਧੀਰ ਤੁਰੰਗਨ ਰੁਚਿਰ ਮਹਾਨ। ਜਿਹੜੀ ਬੜੀ ਧੀਰਜ ਦੇ ਨਾਲ, ਬੜੀ ਰੁਚੀ ਦੇ ਅਨੁਸਾਰ, ਜਿਵੇਂ ਅਸਵਾਰ ਉਸ ਘੋੜੀ ਦੇ ਉੱਤੇ ਸਵਾਰ ਹੋ ਕੇ ਚੱਲੇ ਨਾ,
ਉਹ ਅਸਵਾਰ ਦੇ ਇਸ਼ਾਰੇ ਸਮਝਦੀ ਹੈ। ਐਸੀ ਧੀਰਜਵਾਨ ਘੋੜੀ ਹੈ। ਛੇਰਤ ਤੇਜ ਉਠਾਵ ਵਡੇਰਾ। ਬਸ ਉਸ ਨੂੰ ਇਸ਼ਾਰਾ ਚਾਹੀਦਾ ਹੈ। ਐਸੀ ਚੰਚਲ ਘੋੜੀ ਹੈ ਕਿ ਉਸ ਨੂੰ ਇਸ਼ਾਰਾ ਕਰਨ ਮਾਤਰ ਇਸ਼ਾਰੇ ਦੀ ਲੋੜ ਹੈ। ਬੜੀ ਤੇਜ਼ ਤੇ ਸੁੰਦਰ ਦੌੜਦੀ ਹੈ। ਸੁਖਦਾਇਕ ਮਗ ਗਮਨਤ ਬੇਰਾ। ਜਿਸ ਦੇ ਉੱਤੇ ਅਸਵਾਰ ਹੋ ਕੇ ਬੜਾ ਸੁਖ ਪ੍ਰਾਪਤ ਹੁੰਦਾ ਹੈ। ਭਾਵੇਂ ਜਿੰਨਾ ਮਰਜੀ ਲੰਬਾ ਪੈਂਡਾ ਤੈਅ ਕਰ ਲਈਏ, ਉਸ ਘੋੜੀ ਤੇ ਥਕਾਵਟ ਨਹੀਂ ਹੁੰਦੀ। ਮਾਰਗ ਚਲੇ ਥੋਰਈ ਜਾਣੇ। ਤੇ ਉਹ ਜਦੋਂ ਐਸੀ ਸੁੰਦਰ ਘੋੜੀ ਆ, ਜਦੋਂ ਉਹਦੇ ਤੇ ਸਵਾਰ ਹੋ ਕੇ ਜਾਓਗੇ ਨਾ, ਉਹ ਇੰਨਾ ਕੁ ਚੱਲਦੀ ਤੇਜ਼ ਹੈ, ਇੰਨੇ ਕੁ ਪੈਂਡੇ ਨੂੰ ਤੈਅ ਕਰਦੀ ਹੈ। ਪਹੁੰਚੇ ਦੂਰ ਉਲੰਘ ਵੱਡ ਥਾਨੇ। ਬੜੇ ਥੋੜੇ ਜਿਹੇ ਸਮੇਂ ਦੇ ਵਿੱਚ ਉਹਦੀ ਚਾਲ ਇੰਨੀ ਚੰਚਲ ਹੈ, ਇੰਨੀ ਦੌੜਦੀ ਹੈ। ਦੌੜਦੀ ਇਸ ਤਰ੍ਹਾਂ ਹੈ ਕਿ ਜਿਵੇਂ ਉਸ ਘੋੜੀ ਦੇ ਉੱਤੇ ਛੰਨਾ ਵੀ ਰੱਖ ਦਈਏ ਨਾ, ਉਹ ਭਰਿਆ ਪਾਣੀ ਦਾ ਛੰਨਾ ਵੀ ਡਗਮਗਾਉਂਦਾ ਨਹੀਂ। ਇਸ ਤਰ੍ਹਾਂ ਸੁੰਦਰ ਚਾਲ ਚੱਲਦੀ ਹੈ। ਤੇ ਜਿਹੜਾ ਅਸਵਾਰ ਉਸ ਘੋੜੀ ਤੇ ਸਵਾਰ ਹੁੰਦਾ ਹੈ, ਉਹਨੂੰ ਵੀ ਕੋਈ ਥਕਾਵਟ ਮਹਿਸੂਸ ਨਹੀਂ ਹੁੰਦੀ। ਪਿਕ ਪ੍ਰਸੰਨ ਤੈ ਸ਼੍ਰੀ ਗੁਰ ਪਏ। ਤੇ ਉਸ ਐਸੀ ਸੁੰਦਰ ਘੋੜੀ ਨੂੰ ਵੇਖ ਕਰਕੇ ਪਾਤਸ਼ਾਹ ਜੀ ਆਨੰਦ ਪ੍ਰਸੰਨ ਹੋਏ ਹਨ। ਤਿਆਰੀ ਕੀਨ ਦਾਸ ਸੰਗ ਲਏ। ਹੁਣ ਪਾਤਸ਼ਾਹ ਜੀ ਨੇ ਤਿਆਰੀ ਕੀਤੀ, ਨਾਲ ਗੁਰੂ ਕੇ ਪਿਆਰੇ ਦਾਸ ਸਿੰਘ ਲਏ ਹਨ। ਹੁਤੀ ਤੇਜ ਤੁਰੰਗਨ ਗੁਰ ਕੇਰੀ। ਤੇ ਐਸੀ ਸੁੰਦਰ ਘੋੜੀ ਸਤਿਗੁਰਾਂ ਦੇ ਆਪਣੇ ਤਵੇਲੇ ਵਿੱਚ ਵੀ ਹੈ। ਸੋ ਵਿੱਚ ਸਦਨ ਬੰਧਾਇ ਵਹੇਰੀ। ਤੇ ਉਹ ਵੀ ਜਿਹੜੀ ਸੁੰਦਰ ਘੋੜੀ ਆ, ਸਤਿਗੁਰਾਂ ਨੇ ਆਪਣੇ ਘਰ ਦੇ ਵਿੱਚ ਜਿਹੜਾ ਤਬੇਲਾ ਹੈ ਨਾ, ਉਸ ਤਬੇਲੇ ਦੇ ਵਿੱਚ ਬੰਨੀ ਹੈ। ਹੁਤੀ ਧੀਰ ਜੋ ਮੱਖਣ ਦੀਨ। ਤੇ ਇਧਰ ਹੁਣ ਜਿਹੜੀ ਭਾਈ ਮੱਖਣ ਸ਼ਾਹ ਨੇ ਘੋੜੀ ਦਿੱਤੀ ਹੈ, ਤੈਂ ਅਰੂੜ ਕਰ ਚਲੇ ਪ੍ਰਬੀਨ। ਹੁਣ ਸਤਿਗੁਰੂ ਜੀ ਉਸ ਘੋੜੀ ਤੇ, ਸੁੰਦਰ ਘੋੜੀ ਤੇ ਅਸਵਾਰ ਹੋ ਕੇ ਸਤਿਗੁਰੂ ਜੀ ਚੱਲੇ ਹਨ। ਗਮਨਿਓ ਮੱਖਣ ਸ਼ਾਹ ਪਿਛਾਰੀ। ਹੁਣ ਪਾਤਸ਼ਾਹ ਜੀ ਅੱਗੇ ਅੱਗੇ ਚੱਲ ਪਏ ਤੇ ਭਾਈ ਮੱਖਣ ਸ਼ਾਹ ਬੜੀ ਭਾਵਨਾ ਦੇ ਨਾਲ ਪਿੱਛੇ ਪਿੱਛੇ ਜਾ ਰਿਹਾ ਹੈ, ਸਤਿਗੁਰਾਂ ਤੋਂ ਅੱਗੇ ਨਹੀਂ। ਜਦੋਂ ਇਤਿਹਾਸ ਪੜ੍ਹਨੇ ਆ ਨਾ, ਗੁਰੂ ਅੰਗਦ ਦੇਵ ਮਹਾਰਾਜ ਤੇ ਗੁਰੂ ਅਮਰਦਾਸ ਮਹਾਰਾਜ ਜੀ ਤਲਾਅ ਦੇ ਕਿਨਾਰੇ ਤੇ ਜਾ ਰਹੇ ਨੇ। ਤੁਰਦਿਆਂ ਤੁਰਦਿਆਂ ਸੁਭਾਵਿਕ ਜਿਵੇਂ ਜਦੋਂ ਆਪਾਂ ਬਾਹਾਂ ਹਿਲਾਉਂਦੇ ਆ, ਇੱਕ ਬਾਂਹ ਜਿਹੜੀ ਗੁਰੂ ਅਮਰਦਾਸ ਮਹਾਰਾਜ ਤੋਂ ਅੱਗੇ ਹੋ ਗਈ ਤੇ ਗੁਰੂ ਅੰਗਦ ਦੇਵ ਮਹਾਰਾਜ ਦੇ ਮਨ ਵਿੱਚ ਆਇਆ ਕਿ ਇਸ ਬਾਂਹ ਨੇ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਦੀ ਅਵੱਗਿਆ ਕੀਤੀ ਹੈ, ਇਸ ਤੋਂ ਕੋਈ ਕੰਮ ਨਹੀਂ ਲੈਣਾ। ਗੁਰੂ ਕੀ ਸੰਗਤ ਅੱਜ ਜਦੋਂ ਆਪਾਂ ਇਸ ਅਸਥਾਨ ਤੋਂ, ਪ੍ਰਕਾਸ਼ ਅਸਥਾਨ ਤੋਂ ਸਤਿਗੁਰਾਂ ਦੇ ਪਾਵਨ ਸਰੂਪ ਪਾਲਕੀ ਸਾਹਿਬ ਦੇ ਵਿੱਚ ਬਿਰਾਜਮਾਨ ਕਰਕੇ ਜਾਂਦੇ ਆ ਨਾ, ਗੁਰੂ ਕੇ ਪਿਆਰੇ ਸਿੰਘ ਜਿਹੜੇ ਮੋਢਾ ਲਾਉਂਦੇ ਨੇ ਪਾਲਕੀ ਸਾਹਿਬ ਨੂੰ, ਉਹਨਾਂ ਦਾ ਫਰਜ਼ ਬਣਦਾ ਕਿ ਪਾਲਕੀ ਸਾਹਿਬ ਨੂੰ ਮੋਢਾ ਲਾ ਕੇ ਉਹ ਪਿੱਛੇ ਆ ਜਾਣ। ਅੱਗੇ ਸਾਡਾ ਫਰਜ਼ ਨਹੀਂ ਬਣਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਜਾਣ ਸੱਚਖੰਡ ਬਿਰਾਜਮਾਨ ਕਰਨ ਵਾਸਤੇ ਤੇ ਅਸੀਂ ਅੱਗੇ ਅੱਗੇ ਦੌੜੇ ਜਾਈਏ। ਅਸੀਂ ਇਹ ਅਵੱਗਿਆ ਕਰਨੇ ਆ। ਹੈ ਤੇ ਛੋਟੀਆਂ ਛੋਟੀਆਂ ਗੱਲਾਂ, ਜੇ ਕਿਤੇ ਮੇਰੇ ਵਰਗਾ ਗ੍ਰੰਥੀ ਸਿੰਘ ਕਹਿ ਦੇਵੇ ਨਾ ਗੁਰੂ ਕੀ ਸੰਗਤ ਨੂੰ ਅੱਜ ਕਿ ਭਾਈ ਸਤਿਗੁਰਾਂ ਦੇ ਪਾਵਨ ਸਰੂਪ ਜਾ ਰਹੇ ਨੇ, ਪਿੱਛੇ ਜਾਓ, ਅੱਗੇ ਸਤਿਗੁਰਾਂ ਦੀ ਪਾਲਕੀ ਸਾਹਿਬ ਜਾਏ, ਤੇ ਅੱਗੋਂ ਜਵਾਬ ਮਿਲਦਾ ਸਾਨੂੰ 40-40 ਸਾਲ ਹੋ ਗਏ ਨੇ, ਸਾਨੂੰ ਨਾ ਸਿਖਾਓ। ਬੜਾ ਵੱਡਾ ਦੁਖਾਂਤ ਹੈ ਜਦੋਂ ਪਾਲਕੀ ਸਾਹਿਬ ਜਾਂਦੀ ਏ। ਸਾਡਾ ਫਰਜ਼ ਨਹੀਂ ਕਿ ਗੁਰੂ ਸਾਹਿਬ ਦੀ ਪਾਲਕੀ ਤੋਂ ਅੱਗੇ ਲੱਗ ਜਾਈਏ। ਸਾਡੇ 'ਚ ਕੀ ਤਾਕਤ ਅਸੀਂ ਗੁਰੂ ਸਾਹਿਬ ਤੋਂ ਅੱਗੇ ਲੱਗੀਏ। ਪਾਲਕੀ ਸਾਹਿਬ ਤੋਂ ਸਾਡਾ ਫਰਜ਼ ਬਣਦਾ ਪਾਲਕੀ ਸਾਹਿਬ ਤੋਂ ਪਿੱਛੇ ਰਹੀਏ। ਜਿਹੜੇ ਗੁਰੂ ਕੇ ਪਿਆਰੇ ਪਾਲਕੀ ਸਾਹਿਬ ਨੂੰ ਮੋਢਾ ਲਾਉਂਦੇ ਨੇ ਨਾ, ਉਹਨਾਂ ਦਾ ਵੀ ਫਰਜ਼ ਹੈ ਪਾਲਕੀ ਸਾਹਿਬ ਨਾਲ ਸੇਵਾ ਨਿਭਾ ਕੇ ਉਹ ਪਿੱਛੇ ਆ ਜਾਣ। ਅੱਗੇ ਨਹੀਂ ਜਾਣਾ ਚਾਹੀਦਾ। ਵੇਖਣ ਵਿੱਚ ਆਉਂਦਾ ਇਸ ਸਥਾਨ ਤੇ ਗੁਰੂ ਕੀਆਂ ਸੰਗਤਾਂ ਅੱਗੇ ਹੁੰਦੀਆਂ ਨੇ। ਮਨ ਦੇ ਵਿੱਚ ਵਿਚਾਰ ਬਣਿਆ ਸੀ ਕਿ ਇਹਨਾਂ ਨੂੰ ਬੇਨਤੀ ਕਰੀਏ। ਚਲੋ ਅੱਜ ਸੁਭਾਵਕ ਹੀ ਇਹ ਵਚਨ ਆ ਗਿਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕਿਰਪਾ ਕਰਤੀ ਸਾਡੇ ਸਾਰਿਆਂ ਤੇ। ਸਾਡਾ ਫਰਜ਼ ਬਣਦਾ ਜਦੋਂ ਗੁਰੂ ਸਾਹਿਬ ਦਾ ਪਾਵਨ ਸਰੂਪ ਪ੍ਰਕਾਸ਼ ਵੀ ਕਰਨਾ ਹੈ, ਲੈ ਕੇ ਆਉਣੇ ਨੇ ਨਾ ਜਦੋਂ ਪ੍ਰਕਾਸ਼ ਕਰਨ ਵਾਸਤੇ, ਉਦੋਂ ਵੀ ਪਿੱਛੇ ਰਹੀਏ। ਪਤਾ ਲੱਗੇ ਸ਼ਹਿਨशाह ਜਾ ਰਹੇ ਨੇ,
ਤੇ ਗੁਰੂ ਕੀਆਂ ਸੰਗਤਾਂ ਸਤਿਗੁਰਾਂ ਦਾ ਸਤਿਕਾਰ ਕਰਨ ਵਾਸਤੇ ਪਿੱਛੇ ਪਿੱਛੇ ਸਤਿਗੁਰਾਂ ਦਾ ਸਤਿਕਾਰ ਕਰਦੀਆਂ ਜਾ ਰਹੀਆਂ ਨੇ। ਜਿਵੇਂ ਭਾਈ ਮੱਖਣ ਸ਼ਾਹ ਜੀ ਗੁਰੂ ਸਾਹਿਬ ਜੀ ਅੱਗੇ ਅੱਗੇ ਸਵਾਰ ਹੋ ਗਏ ਨੇ ਘੋੜੀ ਤੇ ਭਾਈ ਮੱਖਣ ਸ਼ਾਹ ਸਤਿਗੁਰਾਂ ਦਾ ਸਤਿਕਾਰ ਕਰਨ ਵਾਸਤੇ ਪਿੱਛੇ ਪਿੱਛੇ ਜਾਂਦੇ ਹਨ। ਲੀਏ ਸੰਗ ਮਾਨੁਕ ਪਟ ਪਾਰੀ। ਹੁਣ ਭਾਈ ਮੱਖਣ ਸ਼ਾਹ ਨੇ ਆਪਣੇ ਨਾਲ ਆਪਣੇ ਸੂਰਬੀਰ ਸੂਰਮੇ ਯੋਧੇ ਨਾਲ ਲੈ ਲਏ ਹਨ। ਮਾਰਗ ਗਏ ਉਲੰਘ ਕਰ ਸਾਰਾ। ਹੁਣ ਉਸੇ ਦਿਨ ਹੀ ਜਿਸ ਦਿਨ ਚੱਲੇ ਨੇ ਨਾ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਸੇ ਦਿਨ ਹੀ ਸਾਰੇ ਪੈਂਡੇ ਨੂੰ ਤੈਅ ਕਰਕੇ ਸਤਿਗੁਰੂ ਜੀ ਪਹੁੰਚੇ ਹਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਜਾਏ ਸੁਦਾਸਰ ਤਬੇ ਨਿਹਾਰਾ। ਹੁਣ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗਏ ਨੇ, ਜਾ ਕੇ ਸਾਹਮਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੁਦਾਸਰ ਸਰੋਵਰ ਦੇ ਦਰਸ਼ਨ ਕੀਤੇ ਹਨ। ਉਤੇ ਮਸੰਦ ਅਗਾਰੀ ਜੇਤੇ। ਤੇ ਹੁਣ ਜਿਹੜੇ ਉਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਮਸੰਦ ਸਨ, ਜਿਹੜੇ ਪ੍ਰਿਥੀ ਚੰਦ ਵੱਲੋਂ ਥਾਪੇ ਸਨ, ਗੁਰ ਆਗਮਨ ਸ਼੍ਰੋਣ ਸੁਨ ਤੇਤੇ। ਉਹਨਾਂ ਨੂੰ ਪਤਾ ਵੀ ਲੱਗ ਗਿਆ, ਕੰਨਾਂ ਦੇ ਨਾਲ ਸੁਣ ਵੀ ਲਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆ ਰਹੇ ਹਨ। ਕਹੂੰ ਕਹੂੰ ਗਮਨੇ ਡਰ ਪਾਏ। ਹੁਣ ਉਹ ਸਾਰੇ ਹੀ ਡਰ ਦੇ ਮਾਰੇ ਵੱਖਰੀਆਂ ਵੱਖਰੀਆਂ ਜਗ੍ਹਾ ਤੇ ਆਪੋ ਆਪਣੇ ਟਿਕਾਣਿਆਂ ਤੇ ਜਾ ਕੇ ਲੁਕ ਗਏ ਹਨ। ਮਤ ਹਮ ਸਾਥ ਬਿਗਰ ਏ ਜਾਏ। ਹੁਣ ਡਰਦੇ ਨੇ ਮਨ ਦੇ ਵਿੱਚ, ਕਿਤੇ ਸਾਡੇ ਨਾਲ ਸਤਿਗੁਰਾਂ ਦਾ ਕੋਈ ਵਿਗਾੜ ਨਾ ਪੈ ਜਾਏ, ਕਿਉਂਕਿ ਇਹਨਾਂ ਦੇ ਨਾਲ ਭਾਈ ਮੱਖਣ ਸ਼ਾਹ ਵੀ, ਉਹਨਾਂ ਮਸੰਦਾਂ ਨੂੰ ਪਤਾ ਲੱਗ ਗਿਆ ਕਿ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਏ ਨੇ, ਉੱਥੇ ਨਾਲ ਉਹਨਾਂ ਦੇ ਨਾਲ ਭਾਈ ਮੱਖਣ ਸ਼ਾਹ ਵੀ ਨੇ। ਤੇ ਸਤਿਗੁਰੂ ਜੀ ਆਪਣੀ ਪ੍ਰਕਾਸ਼ ਸਥਾਨ ਵਾਲੇ ਅਸਥਾਨ ਤੇ ਆਏ ਨੇ। ਗੁਰੂ ਕੇ ਮਹਿਲਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ। ਤੇ ਅੱਜ ਜਦੋਂ ਸਤਿਗੁਰੂ ਜੀ ਆਪਣੇ ਪਾਵਨ ਸਥਾਨ ਤੇ ਆਏ ਨੇ, ਪ੍ਰਕਾਸ਼ ਸਥਾਨ ਤੇ ਉਹ ਜਿਹੜੇ ਮਸੰਦ ਨੇ ਉਹ ਡਰਦੇ ਮਾਰੇ ਲੁਕ ਛਿਪ ਗਏ ਹਨ। ਦਰਬ ਆਮਦਨ ਦੇਖ ਬਿਸਾਲਾ। ਤੇ ਮਨ ਦੇ ਵਿੱਚ ਸੋਚਦੇ ਨੇ ਕਿ ਬਹੁਤ ਜਿਹੜਾ ਵੱਡਾ ਇੱਥੇ ਦਰਬ ਭੇਟਾਵਾਂ ਹੁੰਦੀਆਂ ਹਨ। ਅਬ ਮੇਲੇ ਕੋ ਆਇਓ ਕਾਲਾ। ਤੇ ਹੁਣ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵਿਸਾਖੀ ਦਾ ਪੁਰਬ ਵੀ ਆਉਣਾ ਹੈ। ਰਹੇ ਜੇ ਆਪ ਬਿਲੋਕੈ ਤਾਈ। ਤੇ ਜੇ ਇੱਥੇ ਰਹਿ ਗਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਤੇ ਉਹ ਸਾਰੀਆਂ ਭੇਟਾਵਾਂ ਜਿੰਨੀਆਂ ਗੁਰੂ ਕੀਆਂ ਸੰਗਤਾਂ ਆਉਂਦੀਆਂ ਨੇ, ਉਹਨਾਂ ਸਾਰੀਆਂ ਭੇਟਾਵਾਂ ਨੂੰ ਵੇਖ ਲੈਣਗੇ, ਗੁਰੂ ਕੀਆਂ ਸੰਗਤਾਂ ਨੂੰ ਆਉਂਦੀਆਂ ਨੂੰ ਵੇਖ ਲੈਣਗੇ। ਹਮ ਤੇ ਪੁੰਨ ਲੈ ਹੈ ਵਿਦਿਆਈ। ਤੇ ਫਿਰ ਸਾਡੇ ਤੋਂ ਸਾਰੀਆਂ ਭੇਟਾਵਾਂ ਲੈ ਲੈਣਗੇ। ਮੱਖਣ ਸਿੱਖ ਸੰਗ ਜਿਨ ਆਹੇ। ਤੇ ਜਿਨ੍ਹਾਂ ਦੇ ਨਾਲ ਭਾਈ ਮੱਖਣ ਸ਼ਾਹ ਵੀ ਹੈ। ਹਮ ਸੋ ਕਰੇ ਜਥਾ ਚਿਤ ਚਾਹੇ। ਉਹ ਸਾਡੇ ਨਾਲ ਜੋ ਮਰਜ਼ੀ ਕਰ ਸਕਦੇ ਨੇ, ਕਿਉਂਕਿ ਪਹਿਲਾਂ ਧੀਰਮਲ ਨੇ ਜਿਹੜਾ ਖੋਟਾ ਕਰਮ ਕੀਤਾ ਹੈ, ਉਸ ਤੋਂ ਵੀ ਇਹ ਮਸੰਦ ਜਾਣੂ ਨੇ। ਤੇ ਹੁਣ ਸੋਚਦੇ ਨੇ ਮਨ ਦੇ ਵਿੱਚ ਵੀ ਇਹਨਾਂ ਦੇ ਨਾਲ ਭਾਈ ਮੱਖਣ ਸ਼ਾਹ ਵੀ ਆਏ ਹਨ ਤੇ ਜੋ ਮਰਜ਼ੀ ਕਰ ਸਕਦੇ ਹਨ। ਧੀਰਮਲ ਕੋ ਲੂਟਿਓ ਡੇਰਾ। ਪਹਿਲਾਂ ਇਹਨਾਂ ਨੇ ਧੀਰਮਲ ਦਾ ਵੀ ਡੇਰਾ ਜਿਹੜਾ ਲੁੱਟਿਆ ਹੈ। ਗੁਰ ਘਰ ਮੈਂ ਤਿਸ ਤੇ ਨਾ ਵਡੇਰਾ। ਵੀ ਗੁਰੂ ਘਰ ਦੇ ਵਿੱਚ ਇਹਨਾਂ ਤੋਂ ਵੱਡਾ ਕੌਣ ਹੈ? ਅਪਰ ਕੌਣ ਸੋ ਕਰੇ ਭਲਾਈ। ਵੇ ਹੁਣ ਇਹ ਕਿਹੜੇ ਇੱਥੇ ਭਲਾਈ ਕਰਨ ਲੱਗੇ ਹਨ? ਇਹਨਾਂ ਮਸੰਦਾਂ ਦੀ ਆਪਣੀ ਬਿਰਤੀ ਹੈ। ਹਮ ਤੇ ਧਨ ਲੈ ਪਾਏ ਗੁਰਾਈ। ਵੇ ਇਹ ਸਾਡੇ ਤੋਂ ਧਨ ਲੈਣਗੇ। ਮਿਲੋ ਨਹੀਂ ਕੋਈ ਜਾਏ ਅਗਾਰੀ। ਇਸ ਲਈ ਇਹਨਾਂ ਸਾਰੇ ਮਸੰਦਾਂ ਨੂੰ ਕਹਿ ਦਿੱਤਾ ਕਿ ਹੁਣ ਅੱਗੋਂ ਜਾ ਕੇ ਨਾ ਸਤਿਗੁਰਾਂ ਦਾ ਸਤਿਕਾਰ ਹੀ ਨਾ ਕਰੋ, ਜਾ ਕੇ ਇਹਨਾਂ ਨੂੰ ਮਿਲਣਾ ਹੀ ਨਾ ਕਰੋ। ਛੱਪੀਏ ਨਿਜ ਨਿਜ ਥਾਨ ਮਜਾਰੀ। ਆਪੋ ਆਪਣੇ ਡੇਰਿਆਂ ਦੇ ਵਿੱਚ ਛੁਪ ਜਾਓ, ਇਹਨਾਂ ਦਾ ਆਪਾਂ ਸਤਿਕਾਰ ਨਹੀਂ ਕਰਨਾ ਗੁਰੂ ਸਾਹਿਬ ਜੀ ਦਾ। ਇਨਕੋ ਸਦਾ ਸੁਭਾਵ ਸਿਸੂਤੇ। ਵਿਵੇਕ ਆਪਸ ਦੇ ਵਿੱਚ ਗੱਲਾਂ ਕਰਦੇ ਨੇ ਕਿ ਇਹਨਾਂ ਦਾ ਜਿਹੜਾ ਸੁਭਾਅ ਹੈ ਨਾ, ਬਾਲਕ ਰੂਪ ਦੇ ਵਿੱਚ ਸਨ ਜਦੋਂ,
ਉਦੋਂ ਵੀ ਕਸੂਤਾ ਜਿਹਾ ਨਿਆਰਾ ਜਿਹਾ ਪਨ ਸੀ। ਪ੍ਰੀਤ ਨ ਕਰ ਹੈ ਕਬੀਰ ਕਿਸੂਤੇ, ਇਹ ਕਿਸੇ ਦੇ ਨਾਲ ਵੀ ਪ੍ਰੀਤ ਨਹੀਂ ਸਨ ਕਰਦੇ। ਸਭ ਹਿਨ ਤੇ ਹੋਏ ਬਹੇ ਨਿਰਾਲਾ, ਸਾਰਿਆਂ ਦੇ ਵਿੱਚ ਨਹੀਂ ਸਨ ਬੈਠਦੇ, ਅਲੱਗ ਵੱਖਰੇ ਹੋ ਕੇ ਰਹਿੰਦੇ ਸਨ। ਇਹ ਜਿਹੜੇ ਪ੍ਰਿਥੀ ਚੰਦ ਦੇ ਨਾਲ ਰਹਿਣ ਵਾਲੇ ਮਸੰਦ ਸਨ, ਉਹ ਆਖਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬਾਰੇ, ਇਹ ਇਕੱਲੇ ਹੀ ਰਹਿੰਦੇ ਨੇ ਸ਼ੁਰੂ ਤੋਂ ਲੈ ਕਰਕੇ। ਇਹਨਾਂ ਦਾ ਵੱਖਰਾ ਜਿਹਾ ਸੁਭਾਅ ਹੈ। ਮੇਲ ਨ ਕਿਸ ਮਸੰਦ ਕੋ ਨਾਲਾ, ਕਿਸੇ ਵੀ ਮਸੰਦ ਦੇ ਨਾਲ ਇਹਨਾਂ ਦਾ ਕੋਈ ਮੇਲ ਨਹੀਂ ਹੈ। ਗੁਰਤਾ ਇਨਕੋ ਪ੍ਰਾਪਤ ਪਈ, ਤੇ ਹੁਣ ਇਹਨਾਂ ਨੂੰ ਉਹੀ ਗੁਰਤਾ ਗੱਦੀ ਜਿਹੜੀ ਪ੍ਰਾਪਤ ਹੋਈ ਹੈ। ਇਹ ਸਭ ਬਾਤ ਅਬੇ ਵਿਦਤਈ, ਤੇ ਇਹ ਜਿਹੜੀ ਗੱਲ ਹੈ ਉਹ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਗਈ ਹੈ। ਮਸੰਦ ਸ਼ਬਦ ਤੇ ਹੈ ਤੇ ਬਹੁਤ ਵਧੀਆ ਸੀ। ਮਸੰਦ ਸਤਿਗੁਰਾਂ ਨੇ ਆਪ ਥਾਪੇ ਸਨ ਪ੍ਰਚਾਰ ਕਰਨ ਦੇ ਵਾਸਤੇ। ਇਹ ਹੌਲੀ ਹੌਲੀ ਜਿਹੜਾ ਮਸੰਦ ਸ਼ਬਦ ਅੱਜ ਕਿਸੇ ਨੂੰ ਭੈੜਾ ਸ਼ਬਦ ਬੋਲਣਾ ਹੋਵੇ ਨਾ, ਤੇ ਉਹਨੂੰ ਅਸੀਂ ਆਖਦੇ ਨੇ ਇਹ ਗੁਰੂ ਘਰ ਦਾ ਮਸੰਦ ਹੈ ਤੇ ਬਹੁਤ ਵਧੀਆ ਸ਼ਬਦ ਸੀ, ਪਰ ਆਦਤਾਂ ਦੇ ਨਾਲ ਇਹ ਮਸੰਦ ਸ਼ਬਦ ਜਿਹੜਾ ਹੈ ਨਾ ਉਹ ਵਿਗੜ ਗਿਆ, ਜਦੋਂ ਕਾਰਜ ਹੀ ਉਵੇਂ ਦੇ ਕੀਤੇ ਗੁਰੂ ਘਰਾਂ ਦੇ ਵਿੱਚ ਰਹਿ ਕਰਕੇ। ਇਸ ਲਈ ਗੁਰੂ ਕੀ ਸੰਗਤ ਜਿੱਥੇ ਸਾਡਾ ਆਪਸ ਦੇ ਵਿੱਚ ਪਹਿਲੇ ਜਿਹੜੇ ਅਸੀਂ ਗੁਰੂ ਘਰ ਦੇ ਵਿੱਚ ਸੇਵਾ ਕਰਨ ਵਾਲੇ ਆ, ਗ੍ਰੰਥੀ ਸਿੰਘ, ਰਾਗੀ ਸਿੰਘ, ਸੇਵਾਦਾਰ, ਸਾਡਾ ਆਪਸ ਦੇ ਵਿੱਚ ਇੰਨਾ ਕੁ ਪਿਆਰ ਹੋਣਾ ਚਾਹੀਦਾ। ਸਾਡੇ ਪਿਆਰ ਨੂੰ ਵੇਖ ਕੇ ਗੁਰੂ ਕੀਆਂ ਸੰਗਤਾਂ ਕਹਿਣ ਕਿ ਇਹਨਾਂ ਦੇ ਵਿੱਚ ਵੇਖੋ ਕਿੰਨਾ ਪਿਆਰ ਹੈ। ਤੇ ਜਿਹੜੇ ਸੇਵਾਦਾਰ ਖੜੇ ਨੇ, ਸਭ ਤੋਂ ਵੱਡੀ ਪਦਵੀ ਜਿਹੜੀ ਹੈ ਨਾ ਗੁਰੂ ਘਰ ਦੇ ਵਿੱਚ, ਉਹ ਸੇਵਾਦਾਰ ਦੀ ਹੈ ਜਿਹੜਾ ਬਾਹਰ ਵਰਸ਼ਾ ਲੈ ਕੇ ਖਲੋਤਾ ਹੈ। ਜੇ ਅੱਜ ਅਸੀਂ ਉਸ ਸੇਵਾਦਾਰ ਦਾ ਸਤਿਕਾਰ ਕਰ ਦਿੱਤਾ ਨਾ, ਸਮਝੋ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸਤਿਕਾਰ ਕਰ ਦਿੱਤਾ। ਸਭ ਤੋਂ ਪਹਿਲਾਂ ਦਰਸ਼ਨ ਹੀ ਆਪਾਂ ਸੇਵਾਦਾਰ ਦੇ ਕਰਨੇ ਆ ਨਾ, ਸਤਿਗੁਰੂ ਜੀ ਤੇ ਬਾਅਦ ਵਿੱਚ ਆਪਾਂ ਦਰਸ਼ਨ ਕਰਨੇ ਆ। ਪਹਿਲਾਂ ਅਸੀਂ ਸੇਵਾਦਾਰ ਦੇ ਦਰਸ਼ਨ ਕਰਨੇ ਆ ਜਿਹੜਾ ਸਤਿਗੁਰਾਂ ਦੀ ਹਜ਼ੂਰੀ ਵਿੱਚ ਵਰਸ਼ਾ ਲੈ ਕੇ ਖਲੋਤਾ ਹੈ। ਤੇ ਉਹ ਸੇਵਾਦਾਰ ਵੀ ਬੜੀ ਭਾਵਨਾ ਵਾਲਾ ਹੋਵੇ, ਗੁਰੂ ਕੀਆਂ ਸੰਗਤਾਂ ਨੂੰ ਵੇਖ ਕੇ ਜੇ ਕੋਈ ਬਾਹਰੋਂ ਆਉਂਦਾ ਉਹਨੂੰ ਸਾਰਾ ਇਤਿਹਾਸ ਦੱਸੇ ਬੜੀ ਭਾਵਨਾ ਦੇ ਨਾਲ। ਜੇ ਕਿਸੇ ਨੇ ਸਿਰ ਤੇ ਕੱਪੜਾ ਨਹੀਂ ਲਿਆ, ਉਹਨੂੰ ਭਾਵਨਾ ਦੇ ਨਾਲ ਕੋਲ ਬੁਲਾ ਕੇ ਆਖੇ ਕਿ ਭਾਈ ਅੰਦਰ ਜਾਣਾ ਹੈ, ਸੀਸ ਢੱਕ ਕੇ ਜਾਓ। ਤੇ ਅੱਗੇ ਸਾਡੇ ਗ੍ਰੰਥੀ ਸਿੰਘਾਂ ਦੇ ਵਿੱਚ ਵੀ ਐਸਾ ਪ੍ਰੇਮ ਪਿਆਰ ਹੋਵੇ, ਕੋਈ ਅਰਦਾਸ ਕਰਾਵੇ ਭਾਵਨਾ ਦੇ ਨਾਲ ਕਰਨ, ਪ੍ਰੇਮ ਦੇ ਨਾਲ ਉਹਨਾਂ ਦੇ ਨਾਲ ਬੋਲਣ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਗੱਲ ਹੀ ਪ੍ਰੇਮ ਦੀ ਹੈ। ਤੇ ਇੱਥੇ ਹੁਣ ਸਤਿਗੁਰੂ ਜੀ ਨੇ ਐਸੀ ਕਿਰਪਾ ਕੀਤੀ ਇਹਨਾਂ ਮਸੰਦਾਂ ਦੇ ਵਿੱਚ। ਇਹ ਮਨ ਦੇ ਵਿੱਚ ਸੋਚਦੇ ਹਨ ਕਿ ਹੁਣ ਇਹ ਜਿਹੜੀ ਸਾਰਾ ਜਿਹੜੀ ਗੱਲ ਹੈ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਨੇ ਤੇ ਸਾਰੇ ਜਗਤ ਦੇ ਵਿੱਚ ਇਹ ਗੱਲ ਪ੍ਰਗਟ ਹੈ। ਨੈ ਮਸੰਦ ਕੋ ਮਿਲਨੇ ਆਵਾ, ਤੇ ਹੁਣ ਕੋਈ ਵੀ ਮਸੰਦ ਸਤਿਗੁਰੂ ਜੀ ਦਾ ਸਤਿਕਾਰ ਕਰਨ ਵਾਸਤੇ ਅੱਗੋਂ ਆਇਆ ਨਹੀਂ। ਅਪਰ ਨ ਕਿਨਹੂ ਦੀਨ ਚੜਾਵਾ, ਤੇ ਕਿਸੇ ਨੇ ਵੀ ਆ ਕਰਕੇ ਜਿੱਥੇ ਸਤਿਗੁਰਾਂ ਦਾ ਕੋਈ ਸਤਿਕਾਰ ਨਹੀਂ ਕੀਤਾ, ਕੋਈ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਨਹੀਂ ਅਰਪਣ ਕੀਤੀ। ਪ੍ਰਥਮੇ ਅੰਮ੍ਰਿਤ ਸਰ ਜੀ ਆਇਓ, ਤੇ ਪਹਿਲਾਂ ਸਭ ਤੋਂ ਪਹਿਲਾਂ ਸਤਿਗੁਰੂ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਆਏ ਹਨ। ਦਰਬ ਸੰਭਾਰਨ ਕੋ ਲਲਚਾਇਓ, ਹੁਣ ਜਿੰਨੇ ਵੀ ਮਸੰਦ ਸਨ ਇਹਨਾਂ ਦੇ ਮਨ ਦੇ ਵਿੱਚ ਆਇਆ ਕਿ ਜਿੰਨਾ ਵੀ ਧਨ ਹੈ ਉਸ ਨੂੰ ਸੰਭਾਲ ਲਈਏ। ਅਪਰ ਮਸੰਦ ਸਰਬ ਮਿਲ ਜਾਏ, ਹੁਣ ਇਹ ਸਾਰੇ ਮਸੰਦ ਆਪਣੇ ਮਨ ਦੇ ਵਿੱਚ ਸੋਚਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੰਸਾਰ ਦੇ ਵਿੱਚ ਗੁਰਤਾ ਗੱਦੀ ਤੇ ਪ੍ਰਗਟ ਹੋ ਕਰਕੇ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ ਨੇ। ਤੇ ਇੱਥੇ ਜਿਹੜਾ ਦਰਬ ਆਉਂਦਾ ਹੈ, ਭੇਟਾਵਾਂ ਆਉਂਦੀਆਂ ਨੇ, ਉਹਦੇ ਕਰਕੇ ਇਹਨਾਂ ਦਾ ਮਨ ਲਲਚਾ ਗਿਆ। ਜਿਹੜੇ ਸਤਿਗੁਰੂ ਸਾਨੂੰ ਸਾਰਿਆਂ ਦਾ ਰੋਜੀ ਦੇਣ ਵਾਲੇ ਨੇ ਪਾਤਸ਼ਾਹ, ਜਿਵੇਂ ਦੀ ਮਸੰਦਾਂ ਦੀ ਆਪਣੀ ਬਿਰਤੀ ਹੈ ਨਾ, ਉਸੇ ਤਰ੍ਹਾਂ ਦੀ ਬਿਰਤੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਜਾਣਦੇ ਨੇ। ਇਹ ਮਨ ਵਿੱਚ ਸੋਚਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ
ਇਹ ਜਿਹੜੀਆਂ ਭੇਟਾਵਾਂ ਕਰਕੇ ਇਸ ਸਥਾਨ ਤੇ ਸਭ ਤੋਂ ਪਹਿਲਾਂ ਆਏ ਹਨ। ਗੁਰਤਾ ਇਨਕੀ ਅਚਲ ਟਿਕਾਏ। ਤੇ ਹੁਣ ਇਹਨਾਂ ਨੂੰ ਜਿਹੜੀ ਪਦਵੀ ਮਿਲੀ ਆ ਗੁਰੂ ਪਦਵੀ ਜਿਹੜੀ ਟਿਕਾਏ ਮਾਨ ਹੈ ਅਚਲ ਹੈ। ਅਬ ਲੋ ਸਭ ਇਨ ਸੰਸਾ ਆਹਾ। ਹੁਣ ਤੱਕ ਤੇ ਸਾਰਿਆਂ ਦੇ ਮਨਾਂ ਦੇ ਵਿੱਚ ਸੰਸਾ ਸੀ। ਗੁਰੂ ਪਇਓ ਨਿਸ਼ਚੇ ਨੈ ਲਹਾ। ਕਿਸੇ ਨੂੰ ਵੀ ਇਹ ਨਿਸ਼ਚਾ ਨਹੀਂ ਸੀ ਕਿ ਕਿਹੜਾ ਗੁਰੂ ਜਿਹੜਾ ਸੱਚਾ ਗੁਰੂ ਹੈ। ਹਰ ਗੋਬਿੰਦ ਗੁਰ ਕੇ ਏ ਨੰਦਨ। ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਉਹਨਾਂ ਦੇ ਸੁਪੁੱਤਰ ਹਨ। ਦਾਵਾ ਰਾਖਤ ਉਪਰ ਮਸੰਦਨ। ਇਹ ਸਾਰੇ ਜਿੰਨੇ ਵੀ ਮਸੰਦ ਨੇ ਉਹਨਾਂ ਤੇ ਆਪਣਾ ਦਾਵਾ ਰੱਖਦੇ ਹਨ। ਇਨ ਸੋ ਮਿਲਨ ਅਬ ਬਨ ਆਏ। ਹੁਣ ਇਹ ਸਾਰੇ ਮਸੰਦ ਮਾਨਵੇ ਸੋਚਦੇ ਨੇ ਕਿ ਹੁਣ ਇਹਨਾਂ ਦੇ ਨਾਲ ਮਿਲਣਾ ਸਾਡੇ ਵਾਸਤੇ ਚੰਗਾ ਨਹੀਂ। ਨਹੀਂ ਕਠੋਰ ਕਈ ਬਚ ਜਾਏ। ਇਹ ਕਿਤੇ ਸਾਨੂੰ ਕਠੋਰ ਬਚਨ ਨਾ ਕਰ ਦੇਣ। ਇਮ ਵਿਚਾਰ ਕਰ ਆਪਸ ਮਾਈ। ਇਸ ਤਰ੍ਹਾਂ ਇਹ ਜਿੰਨੇ ਵੀ ਮਸੰਦ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਰਹਿਣ ਵਾਲੇ ਆਪਸ ਦੇ ਵਿੱਚ ਇਸ ਤਰ੍ਹਾਂ ਬਚਨ ਕਰਕੇ ਦੁਰੇ ਮੰਦ ਮੰਤ ਸੰਸੇ ਪਰਾਹੇ। ਇਹ ਭੈੜੀ ਮਤ ਨੂੰ ਧਾਰਨ ਕਰਨ ਵਾਲੇ ਸਤਿਗੁਰਾਂ ਤੋਂ ਦੂਰ ਹੀ ਰਹੇ ਹਨ। ਸ਼੍ਰੀ ਹਰਿਮੰਦਰ ਚਾਰੋਂ ਦਵਾਰ। ਇਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਜਿਹੜੇ 4 ਦਰਵਾਜ਼ੇ ਹਨ ਕਰੇ ਅਸੰਜਤ ਸਬਨ ਕੀ ਵਾਰ। ਉਹਨਾਂ ਸਾਰੇ ਦਰਵਾਜ਼ਿਆਂ ਨੂੰ ਬੰਦ ਕਰਕੇ ਉਤੋਂ ਦਰਸ਼ਨੀ ਪੌਰ ਬਡੇਰਾ। ਤੇ ਜਿਹੜਾ ਸਭ ਤੋਂ ਵੱਡਾ ਦਰਵਾਜ਼ਾ ਦਰਸ਼ਨੀ ਦਿਉੜੀ ਵਾਲਾ ਹੈ ਦੇ ਕਪਾਟ ਤਾਰੋ ਪੁਨ ਪੇਰਾ। ਉਸ ਦਰਵਾਜ਼ੇ ਨੂੰ ਵੀ ਬੰਦ ਕਰਕੇ ਉਸ ਦਰਵਾਜ਼ੇ ਤੇ ਤਾਲਾ ਲਗਾ ਦਿੱਤਾ। ਸ੍ਰੀ ਗੁਰੂ ਤੇਗ ਬਹਾਦਰ ਸੁਆਮੀ। ਇਧਰ ਪਾਤਸ਼ਾਹ ਨੌਵੇਂ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਲਖ ਮਸੰਦ ਬਿਦ ਅੰਤਰ ਜਾਮੀ। ਅੰਤਰਜਾਮੀ ਸਤਿਗੁਰੂ ਜੀ ਇਹਨਾਂ ਮਸੰਦਾਂ ਦੀ ਖੋਟੀ ਬਿਰਤੀ ਨੂੰ ਜਾਣ ਕਰਕੇ ਗਏ ਤਹਾਂ ਜਬ ਪਿਖਿਓ ਨ ਕੋਈ। ਜਦੋਂ ਸਤਿਗੁਰਾਂ ਨੇ ਵੇਖਿਆ ਕਿ ਇਹਨਾਂ ਮਸੰਦਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ ਬੇਮੁਖ ਭਏ ਜਾਨ ਮਨ ਸੋਈ। ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਪਣੇ ਮਨ ਵਿੱਚ ਸੋਚਦੇ ਨੇ ਕਿ ਇਹ ਖੋਟੀ ਮੱਤ ਵਾਲੇ ਮਸੰਦ ਬੇਮੁਖ ਹਨ। ਮੱਖਣ ਸਾਤ ਕਿਓ ਇਸ ਭਾਂਤ। ਹੁਣ ਭਾਈ ਮੱਖਣ ਸ਼ਾਹ ਜੀ ਦੇ ਨਾਲ ਇਸ ਤਰ੍ਹਾਂ ਬਚਨ ਕਰਕੇ ਕਹਿਣ ਲੱਗੇ ਪਿਖੋ ਮਸੰਦਨ ਕੋ ਬਿਰਤਾਂਤ। ਤੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਭਾਈ ਮੱਖਣ ਸ਼ਾਹ ਇਹਨਾਂ ਖੋਟੀ ਮੱਤ ਵਾਲੇ ਮਸੰਦਾਂ ਦਾ ਇਹ ਬਿਰਤਾਂਤ ਜੋ ਹੈ ਪਿੰਨ ਪਿੰਨ ਹੋਏ ਛਪੇ ਸਥਾਨ। ਸਾਰੇ ਹੀ ਵੱਖੋ ਵੱਖੋ ਕਰਕੇ ਆਪੋ ਆਪਣੇ ਟਿਕਾਣਿਆਂ ਤੇ ਛੁਪ ਗਏ ਹਨ। ਨੈ ਆਏ ਕਰ ਬੇਸਨਮਾਨ। ਕੋਈ ਵੀ ਇਹਨਾਂ ਖੋਟੀ ਮੱਤ ਵਾਲਿਆਂ ਦੇ ਵਿੱਚੋਂ ਮਸੰਦ ਕੋਈ ਖਰਾ ਨਹੀਂ ਉਤਰਿਆ। ਸਾਰੇ ਭੈੜੀ ਮੱਤ ਨੂੰ ਧਾਰਨ ਕਰਨ ਵਾਲੇ ਨੇ ਕੋਈ ਵੀ ਸਨਮਾਨ ਕਰਨ ਵਾਸਤੇ ਨਹੀਂ ਆਇਆ। ਧਨ ਕੇ ਲੋਭ ਲਗੇ ਮਤ ਮੰਦ। ਇਹ ਭੈੜੀ ਮਤ ਵਾਲੇ ਖੋਟੀ ਬੁੱਧੀ ਵਾਲੇ ਧਨ ਦੇ ਲੋਭ ਕਰਕੇ ਹਮਕੋ ਸੁਨ ਨੈ ਭਏ ਆਨੰਦ। ਸਾਡਾ ਇੱਥੇ ਆਉਣਾ ਇਹਨਾਂ ਦੇ ਮਨ ਦੇ ਵਿੱਚ ਆਨੰਦ ਨਹੀਂ, ਇਹਨਾਂ ਨੂੰ ਪ੍ਰਸੰਨ ਨਹੀਂ ਹੋਏ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਪਣੇ ਪ੍ਰਕਾਸ਼ ਸਥਾਨ ਤੇ ਆਏ ਨੇ। ਇਹਨਾਂ ਮਸੰਦਾਂ ਦੇ ਮਨ ਦੇ ਵਿੱਚ ਖੁਸ਼ੀ ਨਹੀਂ ਹੋਈ। ਸ੍ਰੀ ਗੁਰੂ ਮੰਦਰ ਕੇ ਦਰਵਾਜੇ। ਹੁਣ ਸਤਿਗੁਰੂ ਸ੍ਰੀ ਗੁਰੂ ਹਰਿਮੰਦਰ ਸਾਹਿਬ ਜੀ ਦੇ ਜਿਹੜੇ ਦਰਵਾਜ਼ੇ ਹਨ ਭੇਰ ਗਏ ਨੇ ਬਾਜਤ ਬਾਜੇ। ਉਹ ਸਾਰੇ ਦਰਵਾਜ਼ੇ ਜਿਹੜੇ ਬੰਦ ਕੀਤੇ ਹਨ ਤੇ ਜਿੱਥੇ ਹਰ ਸਮੇਂ ਧੁਰ ਕੀ ਬਾਣੀ ਦੇ ਨਾਦ ਵੱਜਦੇ ਹਨ, ਸ਼ਬਦ ਕੀਰਤਨ ਸੁਨੀਅਤ ਨਾਈ। ਹੁਣ ਉਥੇ ਗੁਰੂ ਕੀ ਬਾਣੀ ਦਾ ਕੀਰਤਨ ਵੀ ਨਹੀਂ ਹੋ ਰਿਹਾ। ਕੀਨਸ ਕਹਾ ਮਹਾ ਲਬ ਮਾਈ। ਇਹਨਾਂ ਨੇ ਇਹ ਬੜਾ ਵੱਡਾ ਖੋਟਾ ਕਰਮ ਕੀਤਾ ਹੈ ਲੋਭ ਦੇ ਵਿੱਚ ਆ ਕਰਕੇ। ਸੁਨ ਮੱਖਣ ਬੋਲਿਓ ਗੁਰ ਸੰਗ। ਇਹ ਸਾਰੀ ਵਾਰਤਾ ਨੂੰ ਵੇਖ ਕਰਕੇ ਭਾਈ ਮੱਖਣ ਸ਼ਾਹ ਜੀ
ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਕੇ ਕਹਿਣ ਲੱਗਾ, ਫੁਰਮਾਵਨ ਮੁਝ ਕਰੋ ਨਿਸੰਗ। ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਸਤਿਗੁਰੂ ਜੀ ਮੈਨੂੰ ਹੁਕਮ ਕਰਨਾ ਚਾਹੋ। ਇਨਸੋਂ ਕਰੋ ਧੀਰ ਮਲ ਜੈਸੇ। ਹੁਣ ਭਾਈ ਮੱਖਣ ਸ਼ਾਹ ਕਹਿਣ ਲੱਗਾ, ਸਤਿਗੁਰੂ ਜੀ ਹੁਕਮ ਤੇ ਕਰੋ, ਇਹਨਾਂ ਦੇ ਨਾਲ ਵੀ ਧੀਰਮਲ ਵਾਲਾ ਵਰਤਾਰਾ ਕਰਨਾ ਕਰੀਏ। ਦੰਡ ਉਚਿਤ ਦੁਰਜਨ ਹੋਏ ਐਸੇ। ਇਹਨਾਂ ਦੁਸ਼ਟਾਂ ਨੂੰ ਦੰਡ ਹੀ ਦੇਣਾ ਬਣਦਾ ਹੈ। ਤੁਮਰੋ ਵਸਤ ਦਰਬ ਸਮੁਦਾਏ। ਇਹ ਜਿੰਨੀਆਂ ਵੀ ਭੇਟਾਵਾਂ ਨੇ, ਜਿੰਨੀਆਂ ਵੀ ਵਸਤੂਆਂ ਨੇ, ਇਹ ਆਪ ਜੀ ਦੀਆਂ ਹਨ। ਕਰੇ ਚੁਰਾਵਨ ਮਦ ਉਪਜਾਏ। ਇਹ ਮੋਹ ਦੇ ਨਸ਼ੇ ਵਿੱਚ, ਲੋਭ ਦੇ ਵਿੱਚ ਆ ਕੇ ਚੋਰੀਆਂ ਕਰਦੇ ਹਨ। ਅਬ ਤੁਮਕੋ ਦੇਖਤ ਦੁਰ ਰਹੇ। ਇਹ ਹੁਣ ਤੁਹਾਨੂੰ ਵੇਖ ਕਰਕੇ ਤੁਹਾਡਾ ਸਨਮਾਨ ਕਰਨ ਦੀ ਬਜਾਏ ਇਹ ਲੁਕ ਲੁਕ ਕੇ ਬੈਠ ਗਏ ਹਨ। ਸਨਮੁਖ ਆਏ ਸੋ ਬਾਕ ਨ ਕਹੇ। ਤੇ ਆਪ ਜੀ ਦੇ ਸਨਮੁਖ ਆ ਕਰਕੇ ਇਹਨਾਂ ਦਾ ਫਰਜ਼ ਤੇ ਇਹ ਬਣਦਾ ਸੀ ਨਾ, ਤੁਹਾਡੇ ਆ ਕੇ ਦਰਸ਼ਨ ਕਰਨ ਤੇ ਆਪ ਜੀ ਦੇ ਨਾਲ ਸੁੰਦਰ ਬਚਨ ਬੋਲਣ। ਨਹੀਂ ਉਪਾਇਨ ਆਗੇ ਤਰੀ। ਤੇ ਨਾ ਆਪ ਜੀ ਦੇ ਦਰਸ਼ਨ ਕਰਨ ਆਏ ਹਨ ਖੋਟੀ ਮੱਤ ਵਾਲੇ, ਤੇ ਨਾ ਹੀ ਆਪ ਜੀ ਦੇ ਚਰਨਾਂ ਵਿੱਚ ਕੋਈ ਭੇਟਾ ਅਰਪਣ ਕੀਤੀ ਹੈ। ਦੀਨ ਹੋਏ ਨੈ ਬਿਨਤੀ ਕਰੀ। ਨਾ ਹੀ ਇਹਨਾਂ ਨੇ ਆ ਕੇ ਦੀਨ ਹੋ ਕਰਕੇ ਆਪ ਜੀ ਦੇ ਚਰਨਾਂ ਵਿੱਚ ਕੋਈ ਬੇਨਤੀ ਕੀਤੀ ਹੈ। ਅਸ ਅਨੀਤ ਕਸ ਸਕੇ ਸਹਾਰ। ਪਾਤਸ਼ਾਹ ਜੀ ਇਹ ਜਿਹੜੀ ਅਨੀਤ ਨਾ ਸਹਾਰਨ ਵਾਲੀ ਜਿਹੜੀ ਗੱਲ ਹੈ, ਜਾਵਤ ਮਤ ਦੀਜੇ ਨੈ ਤਾਰ। ਪਾਤਸ਼ਾਹ ਜੀ ਇਹਨਾਂ ਨੂੰ, ਇਹਨਾਂ ਦੀ ਮਤ ਨੂੰ ਤਾੜਨਾ ਚਾਹੀਦਾ ਹੈ। ਛਮੀ ਪੁਰਖ ਮੈਂ ਤੁਮ ਪਰਦਾਨ। ਸਤਿਗੁਰੂ ਜੀ ਛਿਮਾ ਕਰਨ ਵਾਲਿਆਂ ਦੇ ਵਿੱਚ ਆਪ ਜੀ ਮੁਖੀ ਹੋ। ਆਪ ਜੀ ਛਿਮਾ ਕਰਨ ਵਾਲਿਆਂ ਦੇ ਵਿੱਚ ਸਭ ਤੋਂ ਉੱਤਮ, ਸਭ ਤੋਂ ਸਰਵੋਤਮ ਹੋ। ਕਰੋ ਛਿਮਾ ਸਭ ਦੰਡ ਸਥਾਨ। ਪਾਤਸ਼ਾਹ ਜੀ ਇਹ ਤੇ ਦੰਡ ਦੇਣ ਦੇ ਅਵਲਾਖੀ ਨੇ, ਪਰ ਆਪ ਜੀ ਇਹਨਾਂ ਨੂੰ ਛਿਮਾ ਕਰੀ ਜਾਂਦੇ ਹੋ। ਸ਼੍ਰੀ ਗੁਰ ਕਯੋ ਸਮੋ ਜਬ ਆਵੇ। ਸਤਿਗੁਰੂ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ, ਕੋਈ ਨਹੀਂ ਭਾਈ ਮੱਖਣ ਸ਼ਾਹ, ਉਹ ਵੀ ਸਮਾਂ ਆ ਜਾਵੇਗਾ। ਦੁਸ਼ਟ ਮੰਦ ਤਾੜਨ ਕੋ ਪਾਵੇ। ਇਹਨਾਂ ਦੁਸ਼ਟਾਂ ਨੂੰ ਦੰਡ ਦੇਣ ਵਾਸਤੇ ਵੀ ਆਉਣ ਵਾਲੇ ਹਨ। ਸਭ ਮਸੰਦ ਤੇ ਲੈਹੈ ਲੇਖਾ। ਇਹਨਾਂ ਸਾਰੇ ਖੋਟੀ ਮੱਤ ਵਾਲਿਆਂ ਤੋਂ ਲੇਖਾ ਲੈਣ ਵਾਸਤੇ ਇਹਨਾਂ ਨੂੰ ਦੰਡ ਦੇਣ ਵਾਲੇ ਵੀ ਪ੍ਰਗਟ ਹੋਣ ਵਾਲੇ ਹਨ। ਪੀਣੇ ਨਿਜ ਦਰਗਾਹ ਬਿਸ਼ੇਖਾ। ਇਹਨਾਂ ਨੂੰ ਦਰਗਾਹ ਦੇ ਵਿੱਚ ਇਹਨਾਂ ਨੂੰ ਪੀੜਿਆ ਜਾਏਗਾ, ਜਿੰਨੇ ਵੀ ਇਹ ਖੋਟੀ ਮੱਤ ਵਾਲੇ ਮਸੰਦ ਹਨ। ਸ਼੍ਰੀ ਗੁਰੂ ਅਰਜਨ ਜੀ ਇੱਕ ਕਾਲ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਇੱਕ ਸਮੇਂ ਦੇ ਵਿੱਚ ਇਨਕੋ ਪਿਖ ਕਰ ਖੋਟ ਵਿਸਾਲ। ਇਹਨਾਂ ਖੋਟੀ ਮੱਤ ਵਾਲੇ ਮਸੰਦਾਂ ਨੂੰ ਵੇਖ ਕਰਕੇ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪਾਵਨ ਸਰੋਵਰ ਸਾਹਿਬ ਦੀ ਸੇਵਾ ਚੱਲਦੀ ਸੀ, ਉਸ ਚੂਨੇ ਦੇ ਵਿੱਚ ਇਹਨਾਂ ਜਦੋਂ ਮਿਲਾਵਟ ਕੀਤੀ ਸੀ ਨਾ, ਉਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਹਨਾਂ ਨੂੰ ਸ਼ਰਾਪ ਦਿੱਤਾ ਸੀ। ਦੀਨੋ ਸ਼ਰਾਪ ਰਹੇ ਜਰ ਨਾਈ। ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਇਹਨਾਂ ਨੂੰ ਸ਼ਰਾਪ ਦਿੱਤਾ ਹੈ ਕਿ ਇਹ ਮਸੰਦੋ ਤੁਹਾਡੀਆਂ ਜੜਾਂ ਪੁੱਟੀਆਂ ਜਾਣਗੀਆਂ। ਕਿਸੀ ਸਮੇਂ ਮੈਂ ਹੋਏ ਬਿਨਸਾਈ। ਤੇ ਆਪ ਜੀ ਉਸੇ ਸਮੇਂ ਹੀ ਇਹਨਾਂ ਦਾ ਜਿਹੜਾ ਬਿਨਸਨਹਾਰ ਸਮਾਂ ਹੈ ਨਾ, ਉਹ ਤਾਂ ਉਸ ਦਿਨ ਤੋਂ ਹੀ ਚੱਲ ਪਿਆ ਸੀ, ਜਿਸ ਦਿਨ ਸ਼ਹੀਦਾਂ ਦੇ ਸਿਰ ਤਾਜ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਹਨਾਂ ਨੂੰ ਸਰਾਪਿਆ ਹੈ। ਸਮਾਂ ਆਏ ਜਬ ਪ੍ਰਾਪਤ ਹੋਏ। ਹੁਣ ਜਦੋਂ ਉਹ ਸਮਾਂ ਆਏਗਾ ਇਹਨਾਂ ਨੂੰ ਦੰਡ ਪ੍ਰਾਪਤ ਹੋਵੇਗਾ। ਇਨਕੋ ਮੂਲ ਬਿਨਾਸੇ ਸੋਏ। ਇਹਨਾਂ ਦੀਆਂ ਜੜਾਂ ਜਿਹੜੀਆਂ ਮੂਲ ਤੋਂ ਹੀ ਉਖੜ ਜਾਣਗੀਆਂ। ਧਰੇ ਲੋਭ ਇਹ ਮਰੇ ਅਗਾਰੀ। ਇਹ ਲੋਭ ਦੇ ਵਿੱਚ ਜਿਹੜੇ ਮਸਤ ਨੇ ਨਾ, ਹੁਣ ਇਹ ਅਗਾਂ ਦਰਗਾਹ ਦੇ ਵਿੱਚ ਭੈੜੀਆਂ ਜੂਨਾਂ ਦੇ ਵਿੱਚ ਮਰਨਗੇ। ਦਇਓ ਸ਼ਰਾਪ ਇਨ ਜਰੇ ਉਖਾਰੀ। ਇਹਨਾਂ ਨੂੰ ਐਸਾ ਸ਼ਰਾਪ ਦਿੱਤਾ ਹੈ, ਇਹਨਾਂ ਦੀਆਂ ਜੜਾਂ ਪੁੱਟੀਆਂ ਜਾਣਗੀਆਂ। ਮਰੇ ਹੁਏ ਇਹ ਕਿਆ ਹਮ ਮਾਰੇ। ਭਾਈ ਮੱਖਣ ਸ਼ਾਹ ਇਹ ਤਾਂ ਪਹਿਲਾਂ ਹੀ ਮਰੇ ਨੇ, ਇਹਨਾਂ ਮਰਿਆਂ ਨੂੰ ਹੋਰ ਅਸੀਂ ਕੀ ਮਾਰਨਾ ਹੈ। ਸ਼ਰਦਾਹੀਨ ਸਿਦਕ ਉਰਹਾਰੇ। ਇਹ ਸਰਦਾ ਤੋਂ ਹੀਣੇ ਨੇ, ਸਿਦਕ ਤੋਂ ਸਖਣੇ ਹਨ। ਹਮਨੇ ਬੁਰਾ ਕਿਸੂ ਕੋ ਕਰਈ। ਅਸੀਂ ਭਾਈ ਮੱਖਣ ਸ਼ਾਹ ਕਿਸੇ ਦਾ ਬੁਰਾ ਨਹੀਂ ਕਰਨਾ,
ਜੇ ਛੀਏ ਮਸੰਦ ਨੇ ਗੋਲੀ ਚਲਾਈ ਤੇ ਉਦੋਂ ਵੀ ਇਹੀ ਕਿਹਾ, ਭਲੇ ਧੀਰ ਮੱਲ, ਭਲੇ ਧੀਰ ਮੱਲ, ਤੇਰਾ ਭਲਾ ਹੋਵੇ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਭਾਈ ਮੱਖਣ ਸ਼ਾਹ ਅਸੀਂ ਇਹਨਾਂ ਦਾ ਬੁਰਾ ਕੀ ਕਰਨਾ ਹੈ। ਜਸ ਕੋ ਕਰਮ ਤਸ ਫਲ ਕੋ ਭਰਈ। ਜਿਵੇਂ ਦੇ ਇਹ ਸਤਿਗੁਰਾਂ ਦੇ ਪਾਵਨ ਇਹਨਾਂ ਅਸਥਾਨਾਂ ਤੇ ਰਹਿ ਕੇ ਕਰਮ ਕਰਦੇ ਨੇ ਨਾ, ਉਹਨਾਂ ਕਰਮਾਂ ਦਾ ਹਰਜਾਨਾ ਇਹਨਾਂ ਨੂੰ ਭੁਗਤਣਾ ਪੈਣਾ ਹੈ। ਜਿਵੇਂ ਦੇ ਕਰਮ ਕਰ ਰਹੇ ਨੇ ਨਾ ਇਹ ਮਸੰਦ, ਉਸੇ ਤਰ੍ਹਾਂ ਦੀ ਇਹਨਾਂ ਨੂੰ ਸਜ਼ਾ ਮਿਲੇਗੀ। ਤੂੰ ਅਬ ਕਰ ਇਸ਼ਨਾਨ ਸਰਮਾਏ। ਭਾਈ ਮੱਖਣ ਸ਼ਾਹ ਜੀ ਤੁਸੀਂ ਇਸ਼ਨਾਨ ਕਰਨ ਆਏ ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਰੋਵਰ ਦੇ ਵਿੱਚ, ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਹੋ, ਇਹ ਕਾਰਜ ਕਰਨਾ ਕਰੋ। ਜਿਸ ਤੇ ਅਖਿਲ ਪਾਪ ਬਿਨਸਾਏ। ਜਿਸ ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਕੀਤੇ ਕਰਮਾਂ ਦਾ, ਜਿਹੜੇ ਭੈੜੇ ਕਰਮ ਨੇ, ਜਿਹੜੇ ਖੋਟੇ ਕਰਮ ਨੇ, ਉਹਨਾਂ ਦਾ ਨਾਸ਼ ਹੋ ਜਾਂਦਾ ਹੈ। ਮਨੋ ਕਾਮਨਾ ਪੂਰਨ ਕਰੇ। ਤੇ ਜਿਹੜੀਆਂ ਮਨ ਦੀਆਂ ਭਾਵਨਾਵਾਂ ਨੇ, ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ, ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ, ਉਹ ਸਾਰੀਆਂ ਪੂਰੀਆਂ ਹੋ ਜਾਂਦੀਆਂ ਨੇ। ਜਦੋਂ ਅਰਦਾਸ ਕਰਦਾ ਨਾ ਗੁਰੂ ਕਾ ਸਿੱਖ, ਜਿੱਥੇ ਮਰਜੀ ਬੈਠਾ, ਜਿਹੜੇ ਮਰਜੀ ਕੋਨੇ ਦੇ ਵਿੱਚ ਬੈਠਾ ਗੁਰੂ ਕਾ ਸਿੱਖ, ਉਹ ਰੋਜ਼ ਆਖਦਾ ਸਿੱਖਾਂ ਨੂੰ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਸ਼੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ। ਉਹ ਤੇ ਅਰਦਾਸ ਦੇ ਵਿੱਚ ਆਪਾਂ ਸਾਰੇ ਮੰਗਣੇ ਆ ਨਾ, ਸਤਿਗੁਰੂ ਕਿਰਪਾ ਕਰੋ ਆਪਣੇ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਤੇ ਨਾਲ ਸਾਨੂੰ ਪਾਵਨ ਸਰੋਵਰ ਦੇ ਇਸ਼ਨਾਨ ਦੀ ਦਾਤ ਬਖਸ਼ਿਸ਼ ਕਰੋ। ਮਨ ਕੀ ਤਨ ਕੀ ਮਲ ਕੋ ਹਰੇ। ਐਸੇ ਪਾਵਨ ਅਸਥਾਨ ਤੇ ਆ ਕਰਕੇ ਜਦੋਂ ਗੁਰੂ ਕਾ ਪਿਆਰਾ ਸਿੱਖ ਇਸ ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ ਹੈ, ਤੇ ਰਸਨਾ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੀਤ ਗਾਉਂਦਾ ਹੈ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਉਹਦੇ ਮਨ ਦੇ, ਉਹਦੇ ਤਨ ਦੇ ਸਾਰੇ ਦੁੱਖਾਂ ਦੀ ਨਿਵਰਤੀ ਹੁੰਦੀ ਹੈ। ਕਰੋ ਤਿਹਾਵਲ ਹੋਏ ਅਰਦਾਸ। ਕੜਾ ਪ੍ਰਸ਼ਾਦ ਤਿਆਰ ਕਰਾ ਕਰਕੇ, ਅਰਦਾਸ ਕਰਕੇ, ਸਤਿਗੁਰ ਪੂਰਤ ਉਰ ਕੀ ਆਸ। ਸਤਿਗੁਰੂ ਜੀ ਸਾਰਿਆਂ ਦੀਆਂ ਹਿਰਦਿਆਂ ਦੀਆਂ ਆਸਾਵਾਂ ਨੂੰ, ਇਛਾਵਾਂ ਨੂੰ ਪੂਰੀਆਂ ਕਰਦੇ ਹਨ। ਅਸ ਕੈ ਮੱਖਣ ਕੋ ਤਬ ਛੋਰਾ। ਇਸ ਤਰ੍ਹਾਂ ਐਸੇ ਬਚਨ ਕਰਕੇ ਭਾਈ ਮੱਖਣ ਸ਼ਾਹ ਜੀ ਨੂੰ ਹਟੇ ਆਪ ਗੁਰ ਉੱਤਰ ਓਰਾ। ਤੇ ਸਤਿਗੁਰੂ ਜੀ ਆਪ ਉੱਤਰ ਦਿਸ਼ਾ ਵੱਲ ਨੂੰ, ਹਰਖ ਸ਼ੋਕ ਮੈਂ ਬ੍ਰਿਤੀ ਸਮਾਨ। ਜਿਨ੍ਹਾਂ ਦੇ ਹਰਖ ਸੋਗ ਦੇ ਵਿੱਚ ਇੱਕੋ ਸਮਾਨ ਬਿਰਤੀ ਹੈ, ਭਾਵੇਂ ਕੋਈ ਚੰਗਾ ਕਹਿ ਦੇਵੇ, ਭਾਵੇਂ ਕੋਈ ਮਾੜਾ ਕਹਿ ਦੇ, ਹਰਖ ਸੋਗ ਤੇ ਰਹਿ ਨਿਆਰੋ, ਨਾਹੀ ਮਾਨ ਅਪਮਾਨਾ। ਕੋਈ ਮਨ ਦੇ ਵਿੱਚ ਰੱਤਾ ਭਰ ਵੀ ਕੋਈ ਸ਼ੋਕ ਨਹੀਂ ਹੈ। ਐਸੇ ਮਹਾਨ ਬਿਰਤੀ ਦੇ ਮਾਲਕ ਸਤਿਗੁਰੂ, ਸਭ ਪਰ ਕਿਰਪਾ ਦ੍ਰਿਸ਼ਟ ਕੋ ਠਾਨ। ਸਾਰਿਆਂ ਦੇ ਉੱਤੇ ਕਿਰਪਾ ਦ੍ਰਿਸ਼ਟੀ ਕਰਕੇ। ਦੋਹਰਾ ਭਈ ਮਸੰਦਨ ਕੋ ਖਬਰ, ਬਸੇ ਨਾ ਗੁਰੂ ਕਿਰਪਾਲ। ਹੁਣ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਅਕਾਲ ਤਖਤ ਸਾਹਿਬ ਦੇ ਨੇੜੇ ਜਿਹੜਾ ਥੜਾ ਸਾਹਿਬ ਹੈ, ਉਸ ਥੜਾ ਸਾਹਿਬ ਤੇ ਬਿਰਾਜਮਾਨ ਹੋਏ ਨੇ। ਸਤਿਗੁਰੂ ਗੁਰੂ ਕੀਆਂ ਸੰਗਤਾਂ ਨੂੰ ਦਰਸ਼ਨ ਦੇ ਕਰਕੇ ਅੱਗੇ ਵੱਲੇ ਨਗਰ ਵੱਲ ਸਤਿਗੁਰੂ ਜੀ ਹੁਣ ਆਪਣੇ ਪਾਵਨ ਚਰਨ ਪਾ ਰਹੇ ਹਨ। ਇਹਨਾਂ ਖੋਟੇ ਮਸੰਦਾਂ ਦੀ ਭੈੜੀ ਮੱਤ ਨੂੰ ਵੇਖ ਕਰਕੇ ਸਤਿਗੁਰੂ ਜੀ ਇੱਥੇ ਇਹ ਬਚਨ ਕੀਤੇ ਕਿ ਇਹ ਜਿਹੜੇ ਅੰਬਰ ਸਰੀਏ, ਇਹ ਅੰਦਰ ਸੜੀਏ। ਉਹ ਸਾਰਿਆਂ ਵਾਸਤੇ ਨਹੀਂ ਬਚਨ, ਇਹਨਾਂ ਮਸੰਦਾਂ ਵਾਸਤੇ ਬਚਨ ਕੀਤੇ, ਕਿਉਂਕਿ ਇਹਨਾਂ ਨੇ ਭੈੜੀ ਮੱਤ ਨੂੰ ਧਾਰਨ ਕੀਤਾ ਸੀ। ਇਸ ਲਈ ਪਾਤਸ਼ਾਹ ਜੀ ਇਹਨਾਂ ਦੀ ਖੋਟੀ ਮੱਤ ਨੂੰ ਵੇਖ ਕਰਕੇ ਅੱਗੇ ਵੱਲੇ ਨਗਰ ਵੱਲ ਪਾਤਸ਼ਾਹ ਜੀ ਕੂਚ ਕਰ ਰਹੇ ਨੇ, ਉੱਥੋਂ ਦੀਆਂ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ। ਉਹ ਕਥਾ ਕੱਲ ਦੇ ਪ੍ਰਸੰਗ ਅੰਦਰ ਸ਼ਰਵਣ ਕਰਾਂਗੇ। ਸਤਿਗੁਰਾਂ ਦਾ ਪਾਵਨ ਜਸ ਅਗਾਧ ਬੋਧ ਹੈ ਵਿਚਾਰਾਂ ਕਰਦੇ ਆਂ।
ਇੱਕ ਨਹੀਂ ਅਨੇਕਾਂ ਪ੍ਰਕਾਰਾਂ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਆਪ ਸਰਬੱਤ ਸੰਗਤਾਂ ਨੇ ਭੁੱਲਾਂ ਨਾ ਚਿਤਾਰਨੀਆਂ, ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਨੀ, ਸਤਿਗੁਰੂ ਜੀ ਸਤਿਬੁੱਧੀ ਦੀ ਦਾਤ ਪ੍ਰਦਾਨ ਕਰਨ। ਵਿਸਰ ਨਾਹੀ ਦਾਤਾਰ, 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 ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਹੇ ਅਚੁੱਤ ਹੈ ਪਾਰ ਬ੍ਰਹਮ, ਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਪੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ, ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਹੇ ਸਦਾ ਬਵੇਕ, ਹੇ ਅਪਰੰਪਰ ਹਰ ਹਰੇ, ਹੈ ਪੀਓ ਅਣਹਾਰ, ਹੇ ਸੰਤ ਕੈ ਸਦਾ ਸੰਗ, ਨਿਵਾਰਾ ਆਧਾਰ, ਹੇ ਠਾਕੁਰ ਹਉ ਦਾਸੁਰੋ, ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤਿ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਨੂੰ ਬੇਨਤੀ ਹੈ, ਮੌਸਮ ਨੂੰ ਮੁੱਖ ਰੱਖਦਿਆਂ ਹੋਇਆਂ ਕੱਲ ਤੋਂ ਸ਼ਾਮ ਦੇ ਸਮੇਂ ਵਿੱਚ, ਕਥਾ ਦੇ ਸਮੇਂ ਵਿੱਚ 15 ਮਿੰਟ ਦੀ ਤਬਦੀਲੀ ਕੀਤੀ ਗਈ ਹੈ। ਕੱਲ ਕਥਾ 4:15 ਤੋਂ 5:15 ਵਜੇ ਤੱਕ ਹੋਵੇਗੀ। ਆਪ ਸਰਬੱਤ ਸੰਗਤਾਂ ਨੇ ਸਮੇਂ ਸਿਰ ਪਹੁੰਚ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।